ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਦੀਆਂ ਗੱਲਾਂ ਅਸੀਂ ਰੋਜ਼ ਕਰਦੇ ਹਾਂ, ਔਰ ਜਦੋਂ ਵੀ ਗੁਰਬਾਣੀ ਵਿਆਖਿਆ ਦਾ ਜ਼ਿਕਰ ਆਏਗਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜ਼ਿਕਰ ਜ਼ਰੂਰ ਆਏਗਾ। ਇੱਕ ਰੈਵੋਲੂਸ਼ਨਰੀ ਵਿਆਖਿਆ ਜਿਹਨੂੰ ਮੈਂ ਕਹਿ ਸਕਦਾ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਨਕ ਤੌਰ ਦੇ ਉੱਤੇ ਜੋ ਵਿਆਖਿਆ ਸ਼ੁਰੂ ਹੋਈ, ਪ੍ਰਣਾਲੀ ਸ਼ੁਰੂ ਕੀਤੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਉਹ ਇੱਕ ਐਸੀ ਮਹਾਨ, ਇਤਨਾ ਵੱਡੀ ਦੇਣ ਹੈ ਸਿੱਖ ਕੌਮ ਨੂੰ, ਸ਼ਾਇਦ ਇਸ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕੇਗਾ। ਗੁਰਬਾਣੀ ਨੂੰ ਪੂਰੀ ਤਰ੍ਹਾਂ ਸਮਝਣਾ ਹੋਵੇ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਇਸ ਵਿਆਕਰਣ ਦੀ ਖੋਜ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਕੋਈ ਵੀ ਇਨਸਾਨ 100% ਸੰਪੂਰਨ ਨਹੀਂ ਹੁੰਦਾ। ਵਾਰਿਸ ਹਿਊਮਨ ਦੇ ਅਨੁਸਾਰ ਕੋਈ ਨਾ ਕੋਈ ਉਕਾਈ ਕਿਤੇ ਨਾ ਕਿਤੇ ਜੀਵਨ ਵਿੱਚ ਹਰ ਬੰਦੇ ਕੋਲ ਹੋ ਜਾਂਦੀ ਹੈ। ਲੇਕਿਨ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਜੀਵਨ ਨੂੰ ਜਦੋਂ ਅਸੀਂ ਦੇਖਦੇ ਹਾਂ, ਇਹਨਾਂ ਦੇ ਜੀਵਨ ਦੇ ਵਿੱਚੋਂ ਗੁਣ ਹੀ ਗੁਣ ਨਜ਼ਰ ਆਉਂਦੇ ਨੇ। ਜੀਵਨ ਦੀਆਂ ਕਠਿਨਾਈਆਂ ਤੇ ਔਖਿਆਈਆਂ, ਔਖੀਆਂ ਜ਼ਿੰਦਗੀ ਦੀਆਂ ਘਾਟੀਆਂ, ਤੇ ਕਿਵੇਂ ਇਹਨਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਇੱਕ ਹਿੰਦੂ ਪਰਿਵਾਰ ਤੋਂ ਜਨਮ ਲੈ ਕੇ ਕਿਵੇਂ ਇਹਨਾਂ ਨੇ ਸਿੱਖੀ ਦੇ ਮਹਾਨ ਬਖਸ਼ਿਸ਼ ਕੀਤੀ ਸਿੱਖ ਕੌਮ ਦੇ ਉੱਤੇ। ਆਓ ਆਪਾਂ ਅੱਜ ਉਹਨਾਂ ਦੇ ਬਾਰੇ ਸਰਵਣ ਕਰੀਏ। ਉਹਨਾਂ ਦੀ ਸਿੱਖ ਸਮਾਜ ਨੂੰ ਕੀ ਦੇਣ ਹੈ, ਸਿੱਖ ਕੌਮ ਨੂੰ ਕੀ ਦੇਣ ਹੈ। ਵੀਰ ਤੇਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਅੱਜ ਸਾਡੇ ਨਾਲ ਸਾਂਝੇ ਵਿਚਾਰ ਕਰ ਰਹੇ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ, ਆਓ ਜੀ ਉਹਨਾਂ ਕੋਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਇਸ ਕਲਾਸ ਵਿੱਚ ਜੀ ਆਇਆਂ ਕਹਿੰਦਾ ਹੋਇਆ, ਆਪ ਜੀ ਪਾਸੋਂ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਦੋ ਹੱਥ ਜੋੜ ਕਰਕੇ ਅਸੀਸ ਮੰਗਦਾ ਹਾਂ ਔਰ ਆਸ ਕਰਦਾ ਹੈ ਬੜੇ ਪਿਆਰ ਨਾਲ, ਸਤਿਕਾਰ ਨਾਲ ਆਪ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਜੋ ਜੀਵਨ ਦੇ ਬਾਰੇ ਜੋ ਪੇਸ਼ਕਾਰੀ ਮੈਂ ਕਰ ਰਿਹਾ ਹਾਂ ਉਸ ਨੂੰ ਆਪ ਸਰਵਣ ਕਰੋਗੇ। ਇਹ ਗੱਲ ਕਹਿਣ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਕਦੀ ਕਿਸੇ ਨੇ ਇਹ ਸੋਚਿਆ ਨਹੀਂ ਸੀ ਕਿ ਇੱਕ ਮਾੜੂ ਜਿਹਾ ਸਰੀਰ ਵਾਲਾ ਮੁੰਡਾ, ਜਿਹਦਾ ਕੋਈ ਰੰਗ ਰੂਪ ਵੀ ਬੜਾ ਸੋਹਣਾ ਨਹੀਂ ਸੀ, ਜਿਹਦਾ ਕੋਈ ਘਰ ਦੀ ਬੈਕਗਰਾਉਂਡ ਵੀ ਕੋਈ ਇੰਨੀ ਵਧੀਆ ਨਹੀਂ ਸੀ, ਔਰ ਜਿਸਨੇ ਬੜੇ ਹੀ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਔਰ ਕਿਸੇ ਕੋਲੋਂ ਕੁਝ ਪੈਸੇ ਵੀ ਲੈ ਕਰਕੇ ਉਹਨਾਂ ਨੇ ਅੱਗੋਂ ਆਪਣੀ ਜਿਹੜੀ ਗ੍ਰੈਜੂਏਸ਼ਨ ਦੀ ਪੜ੍ਹਾਈ ਜਿਹੜੀ ਕੰਪਲੀਟ ਕੀਤੀ। ਤੋ ਇਹ ਵਿਅਕਤੀਤਵ ਜਿਸਨੇ ਅੱਗੋਂ ਜਾ ਕਰਕੇ ਇੱਕ ਯੂਨੀਵਰਸਿਟੀ ਦਾ ਰੂਪ ਧਾਰਨ ਕਰ ਲਿਆ, ਇਸ ਨੂੰ ਮੈਂ ਬੜੇ ਹੀ ਮਾਣ ਨਾਲ ਕਹਿ ਸਕਦਾ ਹਾਂ ਕਿ ਅੱਜ ਕੱਲ੍ਹ ਦੇ ਜਿਹੜੇ ਵੀ ਮਿਸ਼ਨਰੀ ਲਹਿਰਾਂ ਜਿਹੜੀਆਂ ਚੱਲ ਰਹੀਆਂ ਹਨ ਔਰ ਜੋ ਗੁਰਬਾਣੀ ਦੇ ਸੱਜੇ ਢੰਗ ਦੇ ਨਾਲ ਅਰਥ ਬੋਧ ਹੋ ਰਿਹਾ ਹੈ, ਜਿਹੜੇ ਵਿਆਕਰਨ ਅਨੁਸਾਰ ਗੁਰਬਾਣੀ ਦੇ ਅਰਥ ਹੁੰਦੇ ਹਨ, ਉਹ ਸਾਰੀ ਸੂਝ-ਬੂਝ ਦੇ ਜਿਹੜੇ ਕਰਨਹਾਰ ਹਨ ਉਸ ਪ੍ਰੋਫੈਸਰ ਸਾਹਿਬ ਸਿੰਘ ਜੀ ਹਨ। ਔਰ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿੰਨਾ ਵੀ ਅਸੀਂ ਵਰਣਨ ਕਰ ਸਕੀਏ, ਉਹਨਾਂ ਦੀ ਖੋਜ ਦਾ, ਉਹਨਾਂ ਦੀ ਜਿਹੜੀ ਮਿਹਨਤ ਉਹਨਾਂ ਨੇ ਕੀਤੀ ਹੈ, ਜਾਂ ਜਿੰਨੀਆਂ ਕਿਤਾਬਾਂ ਉਹਨਾਂ ਨੇ ਜਿਨ੍ਹਾਂ ਹਾਲਾਤਾਂ ਵਿੱਚ ਲਿਖੀਆਂ ਹਨ, ਉਹ ਮੈਂ ਸਮਝਦਾ ਹਾਂ ਕਿ ਅਨਪੈਰਲਲ ਹਨ। ਔਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਉਹਨਾਂ ਕਿਤਾਬਾਂ ਨੂੰ
ਆਪਣੇ ਲਾਇਬ੍ਰੇਰੀ ਦੇ ਵਿੱਚ ਰੱਖੀਏ ਔਰ ਉਹਨਾਂ ਦਾ ਅਸੀਂ ਅਧਿਐਨ ਕਰੀਏ ਔਰ ਉਹਨਾਂ ਵਿੱਚੋਂ ਦੇਖੀਏ ਕਿ ਕਿੰਨੇ ਸੁਚੱਜੇ ਔਰ ਅਨਮੋਲ ਹੀਰੇ ਜਿਹੜੇ ਹਨ ਉਹ ਲੱਭ ਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨੇ ਸਾਡੇ ਵਾਸਤੇ ਕਿਤਾਬਾਂ ਦੇ ਰੂਪ ਵਿੱਚ ਰੱਖੇ ਹਨ। ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗਰੇਸ ਨਹੀਂ ਹੈ ਕਿ ਜੋ ਉਹਨਾਂ ਨੇ 10 ਵੋਲੀਅਮ ਦੇ ਵਿੱਚ ਜੋ ਦਰਪਣ ਹੈ, ਗੁਰੂ ਗ੍ਰੰਥ ਸਾਹਿਬ ਦਰਪਣ ਜਿਹੜਾ ਹੈ ਉਹ ਬਣਾਇਆ ਹੈ, ਉਹਦੇ 'ਚ ਕੋਈ ਐਸੀ ਗੱਲ ਉਹਨਾਂ ਨੇ ਆਪਣੇ ਜਿਹੜੀ ਹੈ ਮਿਹਨਤ ਦੇ ਅਨੁਸਾਰ ਕੋਈ ਐਸੀ ਚੀਜ਼ ਛੱਡੀ ਨਹੀਂ ਹੈ ਕਿ ਜਿਸ ਨੂੰ ਅਸੀਂ ਸਮਝੀਏ ਕਿ ਉਹ ਅਧੂਰੇ ਪੰਨ ਦੇ ਵਿੱਚ ਹੈ। ਜਿੰਨੇ ਵੀ ਗੁਰਬਾਣੀ ਦੇ ਅਰਥ ਕਰਨ ਦੇ ਵਿੱਚ ਸਰਲ ਤਰੀਕਾ ਹੋ ਸਕਦਾ ਸੀ ਔਰ ਜਿੰਨੇ ਵੀ ਉਹਦੇ ਅੰਦਰ ਪ੍ਰੋਬਲਮਸ ਪਹਿਲਾਂ ਲੋਕਾਂ ਨੇ ਪਾਈਆਂ ਹੋਈਆਂ ਸਨ ਸਾਖੀਆਂ ਦੇ ਤੌਰ ਦੇ ਉੱਪਰ ਜਾਂ ਕਿਸੇ ਹੋਰ ਢੰਗ ਦੇ ਨਾਲ, ਉਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ, ਭਾਵੇਂ ਉਹ ਭਗਤ ਬਾਣੀ ਹੋਵੇ, ਭਾਵੇਂ ਕਿਸੇ ਹੋਰ ਤਰੀਕੇ ਨਾਲ ਬਾਣੀ ਦੀ ਵਿਚਾਰ ਹੋਵੇ, ਤੇ ਉਸ ਸਾਰੇ ਨੂੰ ਹੀ ਬੜੇ ਸਰਲ ਢੰਗ ਦੇ ਨਾਲ ਆਪ ਜੀ ਨੇ ਦਰਪਣ ਦੇ ਅੰਦਰ ਜਿਹੜਾ ਪੇਸ਼ ਕੀਤਾ ਹੈ। ਔਰ ਇਸ ਤੋਂ ਵੀ ਨਾਲ ਹੀ ਇੰਨੀ ਹੀ ਇੰਪੋਰਟੈਂਟ ਚੀਜ਼ ਜਿਹੜੀ ਹੈ ਗੁਰਬਾਣੀ ਵਿਆਕਰਨ ਜਿਹੜੀ ਉਹਨਾਂ ਨੇ ਲਿਖੀ ਹੈ ਔਰ ਉਸ ਦੇ ਨਾਲ ਆਪਣੇ ਜੀਵਨ ਦੀ ਕਹਾਣੀ ਜਿਹੜੀ ਹੈ ਜਿਸ ਨੂੰ ਹੱਡ ਬੀਤੀ ਦੇ ਰੂਪ ਵਿੱਚ ਉਹਨਾਂ ਨੇ ਲਿਖਿਆ ਹੈ, ਉਹ ਬੜੀ ਹੀ ਡਿਟੇਲਡ ਉਹ ਜਿਹੜੀ ਹੈ ਉਹਨਾਂ ਨੇ ਹੱਡ ਬੀਤੀ ਆਪਣੀ ਵਰਣਨ ਕੀਤੀ ਹੈ। ਤੋ ਮੈਂ ਸਮਝਦਾ ਕਿ ਇਹ ਲੈਕਚਰ ਦੇ ਅੰਦਰ 45-50 ਮਿੰਟ ਦੇ ਅੰਦਰ ਉਸ ਸਮੁੰਦਰ ਨੂੰ ਇੱਕ ਕੁਝੇ ਦੇ ਅੰਦਰ ਬੰਦ ਕਰਨ ਦੇ ਇੱਕ ਯਤਨ ਜਿਹਾ ਹੋਏਗਾ, ਲੇਕਿਨ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨੀ ਵੱਧ ਤੋਂ ਵੱਧ ਆਪ ਜੀ ਦੇ ਨਾਲ ਉਹਨਾਂ ਦੇ ਜੀਵਨ ਦੀ ਸਾਂਝ ਮੈਂ ਪਾ ਸਕਾਂ। ਔਰ ਅਗਰ ਫਿਰ ਇਸ ਤੋਂ ਰਹਿ ਗਿਆ ਤੇ ਫਿਰ ਮੈਂ ਬੇਨਤੀ ਕਰਾਂਗਾ ਕਿ ਸਮਾਂ ਹੋਰ ਲੈ ਕਰਕੇ ਉਹਨਾਂ ਦੇ ਜੀਵਨ ਦੇ ਬਾਰੇ ਅਸੀਂ ਹੋਰ ਵੀ ਚਾਨਣਾ ਜਿਹੜਾ ਉਹ ਅਸੀਂ ਪਾ ਸਕੀਏ ਆਪਣੇ ਜੀਵਨ ਦੇ ਅੰਦਰ। ਤੋ ਆਓ ਸਭ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਬਾਰੇ ਜੋ ਆਮ ਤੌਰ ਦੇ ਉੱਪਰ ਸਾਨੂੰ ਇੱਕ ਪੰਛੀ ਝਾਤ ਹੈ ਉਹ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ ਹਾਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਪ੍ਰਸਿੱਧ ਸਿੱਖ ਵਿਦਵਾਨ ਸਨ ਜਿਨ੍ਹਾਂ ਨੇ ਸਿੱਖ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਹ ਇੱਕ ਬੇਮਿਸਾਲ ਲੇਖਕ, ਵਿਦਵਾਨ ਅਤੇ ਧਰਮ ਸ਼ਾਸਤਰੀ ਸਨ। ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਨਮ 16 ਫਰਵਰੀ ਸਨ 1892 ਨੂੰ ਜ਼ਿਲ੍ਹਾ ਫਤਿਹਵਾਲੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ ਸੀ। ਆਪ ਜੀ ਦੇ ਪਿਤਾ ਹੀਰਾਨੰਦ ਅਤੇ ਆਪ ਜੀ ਦੀ ਮਾਤਾ ਜਮਨਾ ਦੇਹੀ, ਜਿਹਨੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਨਿਹਾਲ ਦੇਹੀ ਉਹਨਾਂ ਦਾ ਨਾਂ ਹੋਇਆ। ਭਾਵੇਂ ਉਹ ਅਨਪੜ੍ਹ ਸਨ ਉਹਨਾਂ ਦੇ ਮਾਤਾ ਜੀ, ਪਰ ਬਹੁਤ ਸੁਹਿਰਦ, ਸ਼ਰਧਾਲੂ ਅਤੇ ਮਿਹਨਤੀ ਜਿਹੜੇ ਹਨ ਉਹ ਉਹਨਾਂ ਦੇ ਮਾਤਾ ਪਿਤਾ ਹੀਰਾਨੰਦ ਜੀ ਤੇ ਮਾਤਾ ਜਮਨਾ ਜੀ ਸਨ। ਆਪ ਜੀ ਦੇ ਪਿਤਾ ਜੀ ਦੀ ਪਿੰਡ ਵਿੱਚ ਇੱਕ ਛੋਟੀ ਜਿਹੀ ਦੁਕਾਨ ਸੀ ਜਿਸ ਨੂੰ ਆਪਣੀ ਸਾਰੀ ਉਮਰ ਗੁਜ਼ਾਰਾ ਤੋਰਨ ਲਈ ਆਪ ਜੀ ਨੂੰ ਸੰਘਰਸ਼ ਕਰਨਾ ਪਿਆ। ਉਹਦੇ ਤੋਂ ਜੋ ਆਮਦਨ ਨਿਕਲਦੀ ਸੀ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ, ਉਹਨਾਂ ਕੋਲ ਕੁਝ ਜਿਹੜੇ ਹਨ ਪਰਿਵਾਰ ਦੇ ਵਿੱਚ ਮਤਲਬ ਕੁਝ ਬੱਚੇ ਪੈਦਾ ਹੋਏ, ਲੇਕਿਨ ਬਚਿਆ ਕੋਈ ਨਹੀਂ। ਪਰ ਜਦੋਂ ਸਾਹਿਬ ਸਿੰਘ ਜੀ ਦਾ ਜਨਮ ਹੋਇਆ ਤਾਂ ਆਪ ਜੀ ਦੇ ਪਿਤਾ ਜੀ ਦੀ ਉਮਰ ਉਸ ਵਕਤ 45 ਵਰ੍ਹਿਆਂ ਦੀ ਸੀ ਤੇ ਆਪ ਜੀ ਦਾ ਜਿਸ ਵੇਲੇ ਨਾਮ ਨੱਥੂ ਰਾਮ ਰੱਖਿਆ ਤਾਂ ਆਪ ਜੀ ਦੇ ਨੱਕ ਦੇ ਵਿੱਚ ਉਸ ਵਕਤ ਇੱਕ ਸੂਤਲੀ ਜਿਹੀ ਪਾ ਦਿੱਤੀ ਗਈ ਤੇ ਉਸ ਦਾ ਨਾਮ ਮਤਲਬ ਨੱਥੂ ਰਾਮ ਦੇ ਨਾਲ ਰੱਖਿਆ ਗਿਆ। ਬਾਅਦ ਵਿੱਚ ਉਹਨਾਂ ਦੇ ਨੱਕ ਦੇ ਵਿੱਚ ਵਾਕਈ ਜਿਹੜੀ ਹੈ ਇੱਕ ਨੱਥ ਜਿਹੜੀ ਹੈ ਉਹ ਕਾਫੀ ਦੇਰ ਤੱਕ ਪਾਈ ਰਹੀ। ਤੇ ਇਹ ਆਪ ਜੀ ਦੇ ਪਿਤਾ ਜੀ ਹੀਰਾਨੰਦ ਜੀ ਇੱਕ ਛੋਟੀ ਜਿਹੀ ਦੁਕਾਨ ਜਿਹੜੇ ਹਨ ਚਲਾਉਂਦੇ ਸਨ ਔਰ ਜਲਦੀ ਹੀ ਆਪ ਜੀ ਇਸ ਜ਼ਿਲ੍ਹੇ ਦੇ ਇੱਕ ਹੋਰ ਨੇੜਲੇ ਪਿੰਡ ਥਰਪਾਲ ਵਿੱਚ ਆਪ ਜੀ ਪਰਿਵਾਰ ਸਮੇਤ ਚਲੇ ਗਏ। ਇੱਕ ਨੌਜਵਾਨ ਦੇ ਤੌਰ ਤੇ ਨੱਥੂ ਰਾਮ ਜੀ ਪਿੰਡ ਦੇ ਮੌਲਵੀ ਮੁਸਲਮਾਨ ਅਧਿਆਪਕ ਦੇ ਸ਼ਾਗਿਰਦ ਸਨ ਜੋ ਹਯਾਤ ਸ਼ਾਹ ਪ੍ਰਸਿੱਧ ਪੰਜਾਬੀ ਕਵੀ ਦਾ ਪੁੱਤਰ ਸੀ। ਆਪਣੀ 8ਵੀਂ ਜਮਾਤ ਦੀ ਪ੍ਰੀਖਿਆ ਵਿੱਚ ਵਜ਼ੀਫਾ ਜਿੱਤਣ ਤੇ ਨੱਥੂ ਰਾਮ ਪਸਰੂਰ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਏ, ਜਿੱਥੇ ਆਪ ਜੀ ਨੇ 1906 ਵਿੱਚ ਖਾਲਸੇ ਦੇ ਸੰਸਕਾਰ ਪ੍ਰਾਪਤ ਕਰਕੇ ਅੰਮ੍ਰਿਤ ਛਕ ਕੇ ਸਿੱਖ ਬਣਨ ਦਾ ਜਿਹੜਾ ਹੈ ਉਹ ਮਾਣ ਪ੍ਰਾਪਤ ਕੀਤਾ। ਖਾਲਸਾ ਪੰਥ ਵਿੱਚ ਸ਼ਾਮਲ ਹੋਣ ਤੋਂ ਬਾਅਦ ਨੱਥੂ ਰਾਮ ਜੀ ਦਾ ਨਾਮ ਸਾਹਿਬ ਸਿੰਘ ਜਿਹੜਾ ਹੈ ਉਹ ਰੱਖਿਆ ਗਿਆ। ਆਪ ਦੇ ਪਿਤਾ ਜੀ ਦੀ ਅਚਨਚੇਤ ਜੋ ਹੈ ਮੌਤ ਹੋ ਗਈ, तो इस नाल घर की जिहड़ी स्थिति सी वो होर भी बहुत ही डावाडोल और मुश्किल हो गई। फिर भी आप जी ने पहला दयाल सिंह कॉलेज लाहौर और फिर सरकारी कॉलेज लाहौर विच
दाखला लैन विच आप जी ने जिहड़ी है कामयाबी प्राप्त की थी, जिथों आप जी ने बैचलर की डिग्री हासिल की। सन 1917 विच आप जी गुरु नानक खालसा कॉलेज गुजरांवाला विखे फैकल्टी विच संस्कृत के लैक्चरार वजों शामिल होए। हुण वो प्रोफैसर साहिब सिंह जी वजों जाने जाते। उन्होंने 1900 दहाके दे विच गुरुद्वारा सुधार लहर विच हिस्सा लिया। 1921 विच श्रोमणी गुरुद्वारा प्रबंधक कमेटी के संयुक्त सकत्तर नियुक्त किए गए। 1922 विच गुरु का बाग अंदोलन दौरान अते 1924 विच जैतो के मोर्चे विच भी आप जेल गए। अमृतसर 1929 तो 1952 तक वो खालसा कॉलेज विच रहे अते सिख धर्म के पाठां अते वार्तक दीयां टिप्पणियां पेश करते रहे। खालसा कॉलेज अमृतसर तो आप जी सेवा मुक्त होए। कई सालों के अटुट अते प्रकाशमान विद्वता के काम तो बाद आप जी शहीद सिख मिशनरी कॉलेज के प्रिंसीपल बन गए। उन्होंने गुरमत कॉलेज पटियाला विखे भी बतौर प्रिंसीपल ने काम किया। प्रोफैसर साहब सिंह जी दियां लगभग 50 रचनावां 1927 तो 1977 के दरमियान प्रकाशित हुईयां। इन्हां विचों कई सिख धार्मिक ग्रंथां अते 1962 तो 1964 दौरान प्रकाशित सिख धर्म ग्रंथ श्री गुरु ग्रंथ साहिब दर्पण बारे आप जी दियां 10 अखंडां दी टिप्पणी जिहड़ी है वो शामिल है। जिवें मैं इस दे बारे आप जी नाल शुरुआत विच ही गल कीती है। साहिब सिंह जी ने सिख अध्ययन अते पंजाबी पत्रां विच पाए योगदान नूं उन्हां दे जीवन काल विच विशाल प्रसिद्धि प्राप्त की। पंजाबी साहित्य अकादमी लुधियाना ने इन्हां नूं 1970 विच एक जीवन फैलोशिप दे के सन्मानित किया अते पंजाबी यूनिवर्सिटी पटियाला ने साहिब सिंह जी नूं 1971 विच डॉक्टर ऑफ लिटरेचर सन्मान भाव डी लिट की डिग्री दी। इस तो पहला श्रोमणी गुरुद्वारा प्रबंधक कमेटी ने आप जी नूं गुरबाणी व्याकरण लई एक पुरस्कार दिता अते पटियाला की सरकार अते पूर्वी पंजाब स्टेट्स यूनियन ने 1952 विच पंजाबी साहित्य सेवावां निभाउंदियां उन्हां दा सन्मान किया। प्रोफैसर साहिब सिंह जी 29 अक्तूबर 1977 नूं अमृतसर विखे जिहड़ा है यह संसारिक यात्रा अपनी संपूर्ण कर गए। प्रोफैसर साहिब सिंह जी दियां मुख रचनावां श्री गुरु ग्रंथ साहिब दर्पण 10 भागां विच गुरु ग्रंथ साहिब जी की व्याख्या, गुरबाणी व्याकरण, धार्मिक लेख, कुछ होर धार्मिक लेख, गुरमत प्रकाश, पंजाबी सोच प्रकाश, बुल्ले शाह, मेरी जीवन कहानी, ऑटोबायोग्राफी के रूप के अंदर साडे सिख समाज के अंदर साडे कोल सामने जिहड़ी है वो मौजूद है। तो आ हुण होर प्रोफैसर साहिब सिंह जी के बारे असी जानकारी असी हासिल करते हैं। सुधारक अते कारकुन आप जी बड़े ही समाज सुधारक सन। तो प्रोफैसर साहिब सिंह के नां दे नाल जदों आप जी की प्रसिद्धि हुई तो 1900 दहाके 20 के दहाके विच गुरुद्वारा सुधार लहर विच आप जी ने हिस्सा लिया और 1921 विच श्रोमणी गुरुद्वारा प्रबंधक कमेटी का संयुक्त सकत्तर नियुक्त किया गया। 1922 विच गुरु का बाग अंदोलन दौरान अते 1924 विच जैतो मोर्चे विच जेल विच भी आप बंद हुए। 1927 विच प्रोफैसर साहिब सिंह जी अमृतसर के खालसा कॉलेज विच दाखला लैन तो पहला गुजरांवाला विच अपने कॉलेज के थोड़े समय लई वापस आ गए। 1929 तो 1952 तक आप जी खालसा कॉलेज विच ही रहे अते सिख पवित्र ग्रंथां बारे सिखी रचनावां अते टिप्पणियां दी एक लड़ी तैयार की। खालसा कॉलेज अमृतसर तो कई साल अटुट ते लासानी विद्वानां दी घालना उपरंत सेवा मुक्त होके शहीद सिंह मिशनरी कॉलेज दे आप जी प्रिंसीपल बने, जिवें मैं उपर आप जी नूं दर्शा चुका हाँ। प्रोफैसर साहिब सिंह जी ने जिहड़ी मेहनत की है वो साडे सारिਆਂ ਦੇ सामने एक बहुत ही मौलिक अते पहलां दी रचना उसकी गुरबाणी व्याकरण आप जी ने तैयार की, जो गुरु ग्रंथ साहिब जी की एक लिखती व्याकरण सी। गुरु ग्रंथ साहिब के बारे सारी बाणी के बारे इस तो पहला कोई लिखित रूप के अंदर
व्याकरण नहीं सी। हाँ, भाई साहब भाई रणधीर सिंह जी ने लगा मात्रा विलखणता नां दी एक पुस्तक ही छोटी पुस्तक जरूर छापी सी। इस किताब के प्रकाशन तो बाद कोई भी व्याख्यात्मक काम इस विच दर्शाए गए बुनियादी सिद्धांतों का हवाला देते बिना संभव नहीं हो सकता सी। खास करके ਉਹ ਜੋ ਨਾਵਾਂ ਅਤੇ ਕਿਰਿਆਵਾਂ ਦੇ ਪ੍ਰਭਾਵਾਂ ਵਿੱਚ ਸਵਰ ਅੰਤਾਂ ਦੀ ਵਿਆਖਿਆ ਨਾਲ ਸੰਬੰਧਿਤ ਹਨ। ਸਾਹਿਬ ਸਿੰਘ ਨੇ ਨੈਤਿਕ ਅਤੇ ਅਧਿਆਤਮਕ ਵਿਸ਼ਿਆਂ, ਧਾਰਮਿਕ ਫਲਸਫੇ ਅਤੇ ਇਤਿਹਾਸ ਅਤੇ ਜੀਵਨੀ ਵਿਚਲੇ ਮੁੱਦਿਆਂ ਬਾਰੇ ਆਪਣੇ ਨਿਬੰਧ ਰਾਹੀਂ ਪੰਜਾਬੀ ਵਾਰਤਕ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ। ਸਾਹਿਬ ਸਿੰਘ ਜੀ ਦੇ ਸਿੱਖ ਅਧਿਐਨ ਅਤੇ ਪੰਜਾਬੀ ਪੱਤਰਾਂ ਵਿੱਚ ਯੋਗਦਾਨ ਨੂੰ आप जी के जीवन काल विच व्यापक मानता मिली। पंजाबी साहित्य अकादमी लुधियाना ने 1970 विच आप जी नूं लाइफ टर्म अचीवमेंट जिहड़ी है अवार्ड दे नाल सन्मानित किया। इस तो पहला श्रोमणी गुरुद्वारा प्रबंधक कमेटी ने भी आप जी नूं गुरबाणी व्याकरण लई पुरस्कार दिता। प्रोफेसर दलीप सिंह जी ਵੱਲੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਬਾਰੇ ਕੁਝ ਜਿਹੜੇ ਹਨ ਉਹ ਉਦਗਾਰ ਪ੍ਰਗਟ ਕੀਤੇ ਗਏ ਹਨ, ਉਹ ਵੀ ਮੈਂ ਆਪ ਜੀ ਦੇ ਨਾਲ ਸਾਂਝੇ ਕਰਦਾ ਹਾਂ। ਤੇ ਇਹ ਲਿਖੇ ਕਿਹਾ ਉਹਨਾਂ ਨੇ ਉਹਨਾਂ ਦੇ ਬਾਰੇ, ਬਚਪਨ ਦੇ ਬਾਰੇ, ਕਿ ਜਦੋਂ ਬੱਚਾ ਨਥੂ ਰਾਮ ਜੀ 4.5 ਸਾਲ ਦੀ ਉਮਰ ਦੇ ਹੋਏ ਤਾਂ ਆਪ ਜੀ ਨੂੰ ਪ੍ਰਾਇਮਰੀ ਕਾਉਂਟੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ, ਜਿਸ ਤੇ ਉਹਨਾਂ ਨੇ 5 ਵਿੱਚ 1920 ਦੀ ਜਮਾਤ ਤੋਂ ਗ੍ਰੈਜੂਏਸ਼ਨ ਕੀਤੀ। ਇੱਕ ਦਿਲਚਸਪ ਕਹਾਣੀ ਹੈ ਕਿ ਜਦੋਂ ਉਹਨਾਂ ਨੂੰ ਪਹਿਲੀ ਤੋਂ ਦੂਜੀ ਜਮਾਤ ਤੱਕ ਤਰੱਕੀ ਲੈਣ ਲਈ ਟੈਸਟ ਕੀਤਾ ਗਿਆ ਤਾਂ ਸਕੂਲ ਦੇ ਇੰਸਪੈਕਟਰਾਂ ਦੇ ਨਿਰਦੇਸ਼ਾਂ ਤਹਿਤ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੇਂਦਰੀ ਸਥਾਨ ਤੇ ਇਕੱਠਾ ਕੀਤਾ। ਸਾਹਿਬ ਸਿੰਘ ਜੀ ਨੂੰ ਉਹਨਾਂ ਦੇ ਪਿਤਾ ਉਸ ਥਾਂ ਤੇ ਲੈ ਗਏ ਜਿੱਥੇ ਸਾਰੇ ਵਿਦਿਆਰਥੀ ਟੈਸਟ ਕਰਾਉਣ ਲਈ ਇਕੱਠੇ ਹੋਏ ਸਨ। ਗਰੀਬ ਪਿਤਾ ਨੇ ਆਪਣੇ ਪੁੱਤਰ ਨੂੰ ਉਤਸ਼ਾਹਿਤ ਕਰਨ ਲਈ ਉਸ ਨੂੰ ਅੱਧਾ ਪੈਸਾ ਧੇਲਾ ਦਿੱਤਾ, ਜੋ ਬਦਕਿਸਮਤੀ ਨਾਲ ਗਵਾਚ ਗਿਆ। ਸਕੂਲਾਂ ਦਾ ਇੰਸਪੈਕਟਰ ਆ ਗਿਆ ਅਤੇ ਵਿਦਿਆਰਥੀਆਂ ਤੋਂ ਸਵਾਲ ਪੁੱਛਣ ਲੱਗਾ। ਕਿਸੇ ਕਾਰਨ ਕਰਕੇ ਉਹ ਹੈਡਮਾਸਟਰ ਕਾਜ਼ੀ ਜਲਾਲੁਦੀਨ ਤੋਂ ਬਹੁਤ ਨਾਰਾਜ਼ ਹੋ ਗਿਆ। ਇੰਸਪੈਕਟਰ ਨੇ ਕਾਜ਼ੀ ਨੂੰ ਇੱਕ ਪਾਸੇ ਰਹਿਣ ਲਈ ਕਿਹਾ ਅਤੇ ਬਹੁਤ ਗੁੱਸੇ ਵਿੱਚ ਉਹ ਪਹਿਲੀ ਜਮਾਤ ਦੇ ਵਿਦਿਆਰਥੀਆਂ ਵੱਲ ਵਧਿਆ। ਨਥੂ ਰਾਮ ਜਮਾਤ ਦਾ ਸਭ ਤੋਂ ਛੋਟਾ ਤੇ ਪਤਲਾ ਮੁੰਡਾ ਸੀ ਤੇ ਅਗਲੀ ਕਤਾਰ ਵਿੱਚ ਬੈਠਾ ਹੋਇਆ ਸੀ। ਆਉਂਦਿਆਂ ਹੀ ਤਿੱਖੀ ਆਵਾਜ਼ ਵਿੱਚ ਉਸਨੇ ਨਥੂ ਰਾਮ ਨੂੰ ਤਿੰਨਾਂ ਦੇ ਗੁਣਾਂਕ ਬੋਲਣ ਲਈ ਕਿਹਾ, ਪਹਾੜਾ ਬੋਲਣ ਲਈ ਕਿਹਾ 3 ਦਾ। ਉਸਦੇ ਕਾਲੇ ਚਿਹਰੇ ਨੂੰ ਗੁੱਸੇ ਵਿੱਚ ਦੇਖ ਕੇ ਸਾਰੇ ਵਿਦਿਆਰਥੀ ਬਹੁਤ ਡਰ ਗਏ, ਪਰ ਨਥੂ ਰਾਮ ਖੜਾ ਹੋ ਗਿਆ ਤੇ ਤਿੰਨਾਂ ਦੇ ਸਾਰੇ ਗੁਣਾਂਕਾਂ ਨੂੰ ਬੜੀ ਸ਼ਿੱਦਤ ਨਾਲ ਬੋਲ ਸੁਣਾਇਆ। ਇਹ ਸੁਣ ਕੇ ਇੰਸਪੈਕਟਰ ਬਹੁਤ ਖੁਸ਼ ਹੋਇਆ। ਨਥੂ ਰਾਮ 8 ਸਾਲਾਂ ਦੇ ਸਨ ਜਦੋਂ ਆਪ ਜੀ ਨੂੰ ਗੰਭੀਰ ਕਿਸਮ ਦੇ ਟਾਈਫਾਈਡ ਬੁਖਾਰ ਨਾਲ ਜਿਹੜਾ ਹੈ ਜੂਝਣਾ ਪਿਆ। ਆਪ ਜੀ ਨੂੰ ਬਹੁਤ ਤੇਜ਼ ਬੁਖਾਰ ਹੋਇਆ ਤੇ ਆਪ ਬੇਹੋਸ਼ ਹੋ ਗਏ। ਜਦੋਂ ਹੋਸ਼ ਆਈ ਤਾਂ ਉਸਨੇ ਖਾਣ ਲਈ ਇੱਕ ਸੰਤਰਾ ਮੰਗਿਆ। ਜਦੋਂ ਉਸ ਨੂੰ ਕੁਝ ਪਿੰਡਾਂ ਦੇ ਬਾਗਾਂ ਬਾਰੇ ਪਤਾ ਲੱਗਾ ਤਾਂ ਉਸ ਦਾ ਪਿਤਾ ਸੰਤਰਿਆਂ ਦੀ ਭਾਲ ਵਿੱਚ ਚਲਾ ਗਿਆ। ਕਿਉਂਕਿ ਇਹ ਸੰਤਰਿਆਂ ਦਾ ਮੌਸਮ ਨਹੀਂ ਸੀ, ਇਸ ਲਈ ਬਾਗਾਂ ਵਿੱਚ ਸੰਤਰਾ ਲੱਭਣਾ ਮੁਸ਼ਕਲ ਸੀ। ਅਖੀਰ ਜੀ ਨੇ ਸੰਤਰੇ ਦੇ ਦਰਖਤ ਦੀ ਇੱਕ ਟਹਿਣੀ ਦੇਖੀ ਜਿਸ ਦੇ 2 ਟੁਕੜੇ ਸਨ। ਉਹ ਆਪਣੇ ਸਭ ਤੋਂ ਪਿਆਰੇ ਪੁੱਤਰ ਲਈ ਸੰਤਰੇ ਲੈ ਕੇ ਆਇਆ। ਨਥੂ ਰਾਮ ਟਾਈਫਾਇਡ ਬੁਖਾਰ ਤੋਂ ਠੀਕ ਹੋ ਗਿਆ, ਪਰ ਅਗਲੇ ਸਾਲ ਆਪ ਜੀ ਨੂੰ ਚੇਚਕ ਦਾ ਹਮਲਾ ਹੋਇਆ। ਨਥੂ ਰਾਮ ਦੀ ਲੰਮੇ ਸਮੇਂ ਤੋਂ ਲਗਾਤਾਰ ਬਿਮਾਰੀ ਦੇ ਬਾਵਜੂਦ ਆਪ ਜੀ ਨੇ ਪ੍ਰਾਇਮਰੀ ਸਕੂਲ ਤੋਂ ਵਿਲੱਖਣਤਾ ਨਾਲ ਗ੍ਰੈਜੂਏਸ਼ਨ ਕੀਤੀ। ਕਾਜ਼ੀ ਜਲਾਲੁਦੀਨ ਦੀਆਂ ਮਜ਼ਬੂਤ ਸਿਫਾਰਿਸ਼ਾਂ ਤੇ ਨਤੀਜੇ ਵਜੋਂ ਉਸ ਗਰੀਬ ਪਿਤਾ ਆਪਣੇ ਪੁੱਤਰ ਨੂੰ ਅਗਲੇਰੀ ਪੜ੍ਹਾਈ ਲਈ ਭੇਜਣ ਦਾ ਖਰਚ ਨਹੀਂ ਚੁੱਕ ਸਕਦਾ ਸੀ। ਉਸ ਨੂੰ ਮਿਡਲ ਕਲਾਸ ਸਕੂਲ ਵਿੱਚ ਦਾਖਲ ਕਰਾਇਆ ਗਿਆ, ਜੋ ਇੱਕ ਹੋਰ ਪਿੰਡ ਦੇ ਵਿੱਚ ਜਿਹੜਾ ਹੈ ਸਥਿਤ ਸੀ। ਮਿਡਲ ਸਕੂਲ 3 ਸਾਲ ਦਾ ਕੋਰਸ ਸੀ। ਸਾਲ ਤੋਂ ਸਮੇਂ ਤੋਂ ਬਾਅਦ ਨਥੂ ਰਾਮ ਨੇ 7ਵੀਂ ਜਮਾਤ ਵਿੱਚ ਤਰੱਕੀ ਦਿੱਤੀ ਗਈ। ਉਸ ਸਮੇਂ ਅਧਿਆਪਕ ਦੀ ਬਦਲੀ ਹੋ ਗਈ। ਪੰਡਿਤ ਸ਼ਿਵ ਦਿਆਲ ਨਾਂ ਦੇ ਨਵੇਂ ਅਧਿਆਪਕ ਨੇ
क्लास के सारे विद्यार्थियों की जांच की। अध्यापक ने पाठ विचों किसी वखरे रूप में एक प्रश्न पूछा, जिसका जवाब देण दे नाल नाल वो विद्यार्थियों की कतार विच काम करता रहा। कोई भी जवाब देण दे योग नहीं सी। क्लास के अंत में बैठे नथू राम रहस्य नूं प्रगट करन दे योग हो गए ते जो सवाल सी उसका तसली बख्श जवाब दे दिता। अध्यापक उस तो बहुत खुश हो गए। नथू राम कुछ होर विद्यार्थियों नाल हर शनिवार नूं अपने पिंड जांदा सी ते फिर हर सोमवार नूं वापस स्कूल आ जांदा सी। रस्ते विच वो सिख सिपाहियां नूं होर लोकां समेत जड़ा है कुछ फाटकां दे इधर उधर जड़ा है वो लंघदे होए देखदा सी। एक बारी जदों वो अपने घर छुट्टियां दे विच अपने घर गया तां इसदा जिक्र डॉक्टर साहब सिंह जी ने अपनी हड्डबीती विच कीता है कि शाम वेले घर पहुंचे ते अगे उन्हां दे ਜਿਹੜੇ माता पिता सन ਉਹ ਉਹਨਾਂ ਦੇ ਵਿਆਹ ਦੀ ਤਿਆਰੀ ਕਰਕੇ ਬੈਠੇ ਹੋਏ ਸਨ। ਉਹਨਾਂ ਦੇ ਸਹੁਰੇ ਨਗਰ ਡੇਰਾ ਬਾਬਾ ਨਾਨਕ ਤੋਂ ਨਾਈ ਆਇਆ ਬੈਠਾ ਸੀ। ਉਹਨਾਂ ਨੇ ਵਿਆਹ ਦੀ ਤਾਰੀਖ 25 ਜਨਵਰੀ ਮਿਤ ਦਿੱਤੀ। ਮੇਰੀ ਜਨਮ ਤਾਰੀਖ 5 ਫੱਗਣ 1948 ਭਾਵ 16 ਫਰਵਰੀ 1892 ਦੀ ਸੀ। ਅਜੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ ਕਿ ਉਹ ਹਾਲੇ 13 ਸਾਲਾਂ ਦੇ ਨਹੀਂ ਸਨ ਹੋਏ। ਆਪ ਜੀ ਦਾ ਵਿਆਹ ਹੋ ਗਿਆ। ਬੜੀ ਸਖਤ ਸਰਦੀ ਦੇ दिन सन ते बारिशां दा भी बहुत हो रही सन। उन्होंने अपनी वोटी का नाम दुर्गा देवी लिखा है। वो विचारी अजे 11 साल की भी नहीं सी। उसके पिता का नाम सी किशन चंद। बड़ा ही गुरमुख ते बड़ा ही रसिया सी वो गुरबाणी का। हर रोज अमृत वेले 2 बजे उठ के दरबार साहब पहुंच जाते सन ते उसके नित दी काल सी। तो ये गल उन्होंने अपने हड्डबीती दे विच लिखी है। ਤੇ ਜਦੋਂ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਜਦੋਂ ਸੰਸਕ੍ਰਿਤ ਦੇ ਵਿੱਚ ਐਡਮਿਸ਼ਨ ਲੈਣੀ ਸੀਗੀ ਤਾਂ ਉਸ ਵੇਲੇ ਵੀ ਉਹਨਾਂ ਨੂੰ ਕਾਫੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਉਹ ਪੇਸ਼ ਆਈਆਂ। ਨੱਥੂ ਰਾਮ ਨੂੰ ਸਿੱਖ ਧਰਮ ਦੇ ਬਾਰੇ ਕੁਝ ਹੀ ਪਤਾ ਨਹੀਂ ਸੀ 8ਵੀਂ ਕਲਾਸ ਤੱਕ, ਪਰ ਉਹ ਸਿੱਖਾਂ ਦੀਆਂ ਦਿੱਖਾਂ ਤੋਂ ਬਹੁਤ ਆਕਰਸ਼ਿਤ ਸੀ ਅਤੇ ਮਜ਼ਬੂਤ ਮਹਿਸੂਸ ਕਰਨ ਲਈ ਇਸ ਸਰੂਪ ਨੂੰ ਅਪਣਾਉਣਾ ਉਸ ਨੂੰ ਬਹੁਤ ਪਸੰਦ ਰੱਖਦਾ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਹ ਸਿੱਖ ਦਿੱਖ ਤੋਂ ਵੱਧ ਆਕਰਸ਼ਕ ਹੁੰਦਾ ਗਿਆ। ਉਸਨੇ ਇਹ ਵੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਕਿਸ ਨਾਮ ਨਾਲ ਬੁਲਾਇਆ ਜਾਵੇ। ਉਸਨੇ ਆਪਣਾ ਨਾਮ ਸਾਹਿਬ ਸਿੰਘ ਚੁਣਿਆ। ਉਸਦਾ ਕਲਾਸਮੇਟ ਸੀ ਜਿਸ ਦਾ ਨਾਮ ਤੁਲਸੀ ਰਾਮ ਸੀ ਜੋ ਪਿੰਡ ਫਤਿਹਵਾਲੀ ਦਾ ਰਹਿਣ ਵਾਲਾ ਸੀ। ਨੱਥੂ ਰਾਮ ਤੁਲਸੀ ਰਾਮ ਨਾਲ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਸਨ, ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੇ ਵਿਚਾਰ ਵਿਕਸਿਤ ਕੀਤੇ ਆਪਸ ਵਿੱਚ ਮਿਲ ਕੇ। ਉਹਨੇ ਆਪਣਾ ਨਵਾਂ ਨਾਂ ਜਗਜੋਤ ਸਿੰਘ ਚੁਣਿਆ। ਤੁਲਸੀ ਰਾਮ ਨੇ ਹੁਣ ਨੱਥੂ ਰਾਮ ਨੇ 8ਵੀਂ ਦੀ ਪ੍ਰੀਖਿਆ ਪਾਸ ਕਰਨੀ ਸੀ ਜੋ ਸਿਆਲਕੋਟ ਵਿਖੇ ਆਪਣੇ ਪਿੰਡ ਤੋਂ 42 ਮੀਲ ਦੀ ਦੂਰੀ ਤੇ ਸੀ। ਸਕੂਲ ਦੇ 26 ਲੜਕੇ ਸਨ। ਉਹਨਾਂ ਦੇ ਅਧਿਆਪਕ ਪੰਡਤ ਸ਼ਿਵ ਦਿਆਲ ਨੇ ਉਹਨਾਂ ਨੂੰ ਆਪਣੀ ਕਿਤਾਬਾਂ ਅਤੇ ਹੋਰ ਸਮਾਨ ਦਾ ਭਾਰ ਚੁੱਕ ਕੇ ਪਸਰੂੜ ਤੱਕ ਲਗਭਗ 22 ਮੀਲ ਦੀ ਦੂਰੀ ਤੈਅ ਕਰਨੀ ਸੀ। ਨੱਥੂ ਰਾਮ ਦੀ ਕਮਜ਼ੋਰ ਸਿਹਤ ਦਾ ਇਤਿਹਾਸ ਹੋਣ ਕਰਕੇ ਅਧਿਆਪਕ ਅਤੇ ਉਸਦੀ ਜਮਾਤ ਦੇ ਸਾਥੀਆਂ ਨੇ ਸਮਾਨ ਦਾ ਭਾਰ ਆਪਣੇ ਸਿਰ ਤੇ ਰੱਖ ਕੇ ਦੂਰੀ ਪੈਦਲ ਚੱਲਣ ਲਈ ਬਹੁਤ ਉਤਸ਼ਾਹਿਤ ਕੀਤਾ। ਪਸਰੂੜ ਤੋਂ ਉਹਨਾਂ ਨੂੰ ਘੋੜੇ ਦੁਆਰਾ ਚਲਾਈ ਗਈ ਗੱਡੀ ਵਿੱਚ ਚੁੱਕਿਆ ਜਾਣਾ ਸੀ ਤਾਂ ਜੋ ਦੂਰੀ ਦੇ ਬਾਕੀ ਹਿੱਸੇ ਨੂੰ ਪੂਰਾ ਕੀਤਾ ਜਾ ਸਕੇ। ਜਦੋਂ ਸਿਆਲਕੋਟ ਪਹੁੰਚੇ ਤਾਂ ਹਨੇਰਾ ਛਾ ਗਿਆ। ਉਹਨੇ ਦਿਨੀ ਬਿਜਲੀ ਦੀ ਵੀ ਕੋਈ ਹੋਂਦ ਨਹੀਂ ਸੀ ਅਤੇ ਉਹਨਾਂ ਨੂੰ ਦੇਸੀ ਦੀਵਿਆਂ ਦੀ ਹਲਕੀ ਜਿਹੀ ਰੋਸ਼ਨੀ ਹੇਠ ਆਪਣੇ ਕਿਤਾਬਾਂ ਵਿੱਚੋਂ ਪੜ੍ਹਨਾ ਪੈਂਦਾ ਸੀ। ਇੱਥੇ ਮੈਂ ਬੇਨਤੀ ਕਰਾਂਗਾ ਕਿ ਅੱਜ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਹਨ। ਸਾਡੇ ਕੋਲ ਲਾਈਟਾਂ ਹਨ, ਸਾਡੇ ਕੋਲ 에ਅਰ ਕੰਡੀਸ਼ਨ ਹੈ, ਸਾਡੇ ਕੋਲ ਹੀਟਰ ਹਨ। ਅਸੀਂ ਚੰਗੀ ਤਰ੍ਹਾਂ ਉੱਚੀ ਥਾਂ ਤੇ ਬੈਠ ਕਰਕੇ ਸੋਫਿਆਂ ਤੇ ਬੈਠ ਕੇ ਪੜ੍ਹ ਸਕਦੇ ਹਾਂ। ਲੇਕਿਨ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਕੂਲੀ ਵਿਦਿਆ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਪੂਰੀ ਕੀਤੀ ਉਹ ਆਪ ਜੀ ਦੇ ਸਾਹਮਣੇ ਮੈਂ ਬਿਆਨ ਕਰ ਰਿਹਾ। ਇਮਤਿਹਾਨ ਤੋਂ ਬਾਅਦ ਨੱਥੂ ਰਾਮ ਜੀ ਵਾਪਸ ਆਪਣੇ ਪਿੰਡ ਆ ਗਏ ਤੇ ਛੇਤੀ ਹੀ ਉਸ ਤੋਂ ਬਾਅਦ 13 ਸਾਲ ਦੀ ਉਮਰ ਵਿੱਚ ਜਿਵੇਂ ਆਪ ਜੀ ਨੇ ਲਿਖਿਆ ਹੈ ਕਿ ਉਹਨਾਂ ਦਾ ਵਿਆਹ ਹੋ ਗਿਆ। ਔਰ ਪਰ ਜਿਹੜਾ ਇਹਨਾਂ ਦਾ ਗਾਉਣਾ ਹੁੰਦਾ ਸੀਗਾ ਉਹ ਇਮੀਡੀਏਟਲੀ ਨਹੀਂ ਸੀ ਹੁੰਦਾ, ਉਹ ਕੁਝ ਸਾਲਾਂ ਬਾਅਦ ਹੁੰਦਾ ਸੀ। 8ਵੀਂ ਦੀ ਪ੍ਰੀਖਿਆ ਦਾ ਜਦੋਂ ਨਤੀਜਾ ਐਲਾਨਿਆ ਤਾਂ ਪੂਰੇ ਰਾਵਲਪਿੰਡੀ ਡਿਵੀਜ਼ਨ ਵਿੱਚ
ਨੱਥੂ ਰਾਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਸ ਨੂੰ 6 ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਗਿਆ। ਵਜੀਫਾ ਦਿੱਤਾ ਗਿਆ ਤੇ ਕਿੰਨਾ? ਕੇਵਲ 6 ਰੁਪਏ ਪਰ ਮੰਥ। ਹੁਣ ਉਹ ਆਪਣੇ ਪਿੰਡ ਤੋਂ 22 ਮੀਲ ਦੂਰ ਪਸਰੂੜ ਦੇ ਇੱਕ ਸਕੂਲ ਵਿੱਚ ਸੀਨੀਅਰ ਸਪੈਸ਼ਲ ਕਲਾਸ ਵਿੱਚ ਸ਼ਾਮਲ ਹੋ ਗਿਆ। ਨੱਥੂ ਰਾਮ ਜੀ ਸਾਹਿਬ ਸਿੰਘ ਬਣ ਗਏ। ਗਰਮੀ ਦੀਆਂ ਛੁੱਟੀਆਂ ਵਿੱਚ ਉਹ ਵਾਪਸ ਆਪਣੇ ਪਿੰਡ ਥਰਪਾਲ ਆ ਗਏ। ਇੱਕ ਦਿਨ ਸਵੇਰੇ ਕਿਸੇ ਨੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ਤੇ ਨੱਥੂ ਰਾਮ ਨੇ ਦੇਖਿਆ ਕਿ ਇੱਕ ਨੌਜਵਾਨ ਤਕੜਾ ਸਿੱਖ ਉਸਦੇ ਸਾਹਮਣੇ ਖੜਾ ਸੀ। ਉਸਨੇ ਪਛਾਣ ਲਿਆ ਕਿ ਉਹੀ ਮਹਾਰਾਜ ਸੀ ਜਿਸਨੇ ਸੰਨਿਆਸੀ ਦਾ ਰੂਪ ਧਾਰਨ ਕਰ ਲਿਆ ਸੀ, ਜਿਸ ਦਾ ਸਿਰ ਝੁਕਿਆ ਹੋਇਆ ਸੀ ਅਤੇ ਉਹ ਆਪਣੇ ਘਰ ਤੋਂ ਕੁਝ ਦੂਰੀ ਤੇ ਇੱਕ ਝੌਂਪੜੀ ਵਿੱਚ ਰਹਿੰਦਾ ਸੀ। ਉਹ ਆਪਣੀ ਦਾਦੀ ਮਾਂ ਦੀ ਭੈਣ ਦਾ ਪੋਤਾ ਸੀ। ਉਸ ਦਾ ਨਾਂ ਹੁਣ ਧਰਮ ਸਿੰਘ ਸੀ। ਨੱਥੂ ਰਾਮ ਨੇ ਤੁਰੰਤ ਸਿੱਖ ਬਣਨ ਲਈ ਬਹੁਤ ਪ੍ਰੇਰਿਤ ਕੀਤਾ ਸੀ। ਉਸਨੇ ਆਪਣੇ ਚਚੇਰੇ ਭਰਾ ਧਰਮ ਸਿੰਘ ਨੂੰ ਦੱਸਿਆ ਕਿ ਉਹ ਮਿਡਲ ਸਕੂਲ ਵਿੱਚ ਵਿਦਿਆਰਥੀ ਰਹਿਣ ਦੇ ਦਿਨਾਂ ਤੋਂ ਹੀ ਕੀ ਸੋਚਦਾ ਆ ਰਿਹਾ ਸੀ ਅਤੇ ਆਪਣੇ ਦੋਸਤ ਤੁਲਸੀ ਰਾਮ ਬਾਰੇ ਵੀ। ਧਰਮ ਸਿੰਘ ਤੁਰੰਤ ਦੋਹਾਂ ਨੱਥੂ ਰਾਮ ਅਤੇ ਤੁਲਸੀ ਰਾਮ ਨੂੰ ਪਸਰੂੜ ਸ਼ਹਿਰ ਦੇ ਨੇੜੇ ਇੱਕ ਥਾਂ ਤੇ ਲੈ ਗਿਆ, ਜਿੱਥੇ ਅੰਮ੍ਰਿਤ ਛਕ ਕੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਗਈ। ਸਾਹਿਬ ਸਿੰਘ ਜੀ ਨੇ ਦੋਵੇਂ ਮੁੰਡੇ ਨੱਥੂ ਰਾਮ ਤੇ ਤੁਲਸੀ ਰਾਮ ਜੀ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ। ਜਦੋਂ ਮੁੰਡਿਆਂ ਨੂੰ ਬਦਲੇ ਹੋਏ ਨਾਵਾਂ ਨੂੰ ਪ੍ਰਾਪਤ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਉਹ ਪਹਿਲਾਂ ਹੀ ਆਪੋ ਆਪਣੇ ਨਾਮ ਰੱਖ ਚੁੱਕੇ ਹਨ। ਪ੍ਰਬੰਧਕ ਸਹਿਮਤ ਹੋ ਗਏ। ਨੱਥੂ ਰਾਮ ਨੇ ਕਿਹਾ ਕਿ ਉਸਦਾ ਨਵਾਂ ਨਾਮ ਸਾਹਿਬ ਸਿੰਘ ਹੋਵੇਗਾ ਅਤੇ ਉਸਦੇ ਦੋਸਤ ਤੁਲਸੀ ਰਾਮ ਨੇ ਕਿਹਾ ਕਿ ਉਸਦਾ ਨਵਾਂ ਨਾਮ ਜਗਜੋਤ ਸਿੰਘ ਹੋਵੇਗਾ। ਤਾਂ ਹਰ ਕਿਸੇ ਨੂੰ ਪਤਾ ਲੱਗ ਗਿਆ ਕਿ ਇਹ ਦੋਵੇਂ ਮੁੰਡੇ ਜੋ ਆਪਸ ਵਿੱਚ ਦੋਸਤ ਸਨ ਉਹ ਕਿਵੇਂ ਜਿਹੜੇ ਆ ਸਿੰਘ ਸੱਜ ਗਏ ਹਨ। ਪਰ ਮੁੰਡਿਆਂ ਨੂੰ ਇਹ ਨਹੀਂ ਸੀ ਪਤਾ ਕਿ ਸਕੂਲ ਦੇ ਰਿਕਾਰਡ ਵਿੱਚ ਆਪਣਾ ਨਾਮ ਕਿਵੇਂ ਬਦਲਿਆ ਜਾਏ। ਤਾਂ ਮੈਂ ਇੱਥੇ ਇਹ ਗੱਲ ਜ਼ਰੂਰ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹਨਾ ਕਿ ਇਹ ਜੋ ਸਾਹਿਬ ਸਿੰਘ ਹੋਰਾਂ ਦੀ ਇਹ ਜੋ ਆਪਣੇ ਦੋਸਤ ਦੇ ਨਾਲ ਸਾਂਝ ਪਾਉਣੀ ਸੀ, ਉਹਨੂੰ ਵੀ ਸਿੱਖ ਮਤ ਦੇ ਨਾਲ ਸਿੱਖ ਧਰਮ ਦੇ ਬਾਰੇ ਉਹਨਾਂ ਨੂੰ ਜਿੱਥੇ ਆਪ ਉਹ ਪ੍ਰੇਰਿਤ ਹੋ ਰਹੇ ਸਨ ਤਾਂ ਉਹਨੂੰ ਵੀ ਪ੍ਰੇਰਿਤ ਕਰਕੇ ਉਹਨਾਂ ਨੇ ਵੀ ਸਿੰਘ ਸਜਾਇਆ। ਤਾਂ ਇਹ ਸਾਡੇ ਵਾਸਤੇ ਵੀ ਇੱਕ ਸਿੱਖਿਆ ਹੈ ਕਿ ਅਸੀਂ ਵੀ ਆਪਣੇ ਨਾਲ ਦੇ ਜਿਹੜੇ ਸਿੱਖ ਜਾਂ ਗੈਰ ਸਿੱਖ ਹਨ ਉਹਨਾਂ ਨੂੰ ਸਿੱਖੀ ਦੇ ਬਾਰੇ ਅਸੀਂ ਚਾਨਣਾ ਪਾਈਏ, ਉਹਨਾਂ ਨੂੰ ਕਨਵਿੰਸ ਕਰੀਏ ਕਿ ਸਿੱਖੀ ਕਿੰਨੀ ਮਹਾਨ ਹੈ ਔਰ ਸਿੱਖ ਬਣਨ ਨਾਲ ਕਿੰਨਾ ਮਾਣ ਔਰ ਸਨਮਾਨ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਕਈ ਮੁੱਦਿਆਂ ਦੇ ਅੰਤਰ ਧਾਰਮਿਕ ਬਹਿਸਾਂ ਪਸਰੂਰ ਵਿੱਚ ਹੁੰਦੀਆਂ ਸਨ। ਭਾਵੇਂ ਨੌਜਵਾਨ ਸਾਹਿਬ ਸਿੰਘ ਵਿਦਵਾਨ ਹਿੰਦੂਆਂ ਦੇ ਵਾਰ-ਵਾਰ ਸੰਸਕ੍ਰਿਤ ਹਵਾਲਿਆਂ ਦੀ ਪਾਲਣਾ ਨਹੀਂ ਕਰ ਸਕਦਾ ਸੀ, ਪਰ ਉਹ ਇਸ ਭਾਸ਼ਾ ਵੱਲ ਬਹੁਤ ਆਕਰਸ਼ਿਤ ਸੀ। ਉਸਨੇ ਸੰਕਲਪ ਕੀਤਾ ਕਿ ਉਹ ਇਸ ਭਾਸ਼ਾ ਨੂੰ ਸਿੱਖੇਗਾ ਅਤੇ ਹਾਈ ਸਕੂਲ ਵਿੱਚ ਉਹ ਰਵਾਇਤੀ ਫਾਰਸੀ ਭਾਸ਼ਾ ਦੀ ਬਜਾਏ ਸੰਸਕ੍ਰਿਤ ਨੂੰ ਸਟੱਡੀ ਕਰੇਗਾ। ਉਸਨੇ ਅੰਮ੍ਰਿਤਪਾਨ ਕਰਨ ਤੋਂ ਅਗਲੇ ਹੀ ਦਿਨ ਗੁਰਮੁਖੀ ਵਰਨਮਾਲਾ ਸਿੱਖ ਲਈ। ਸਾਧ ਸੰਗਤ ਜੀ, ਵੀਰ ਜੀ, ਜਿਨ੍ਹਾਂ ਨੇ ਗੁਰਬਾਣੀ ਦੀ ਵਿਆਕਰਨ ਲਿਖੀ ਹੈ ਉਹਨਾਂ ਨੇ ਆਪ ਜਿਹੜੀ ਹੈ 8ਵੀਂ 9ਵੀਂ ਕਲਾਸ ਤੋਂ ਬਾਅਦ ਜਿਹੜਾ ਊੜਾ ਐੜਾ ਜਿਹੜਾ ਸਿੱਖਣਾ ਸ਼ੁਰੂ ਕੀਤਾ ਅਤੇ ਜਲਦੀ ਹੀ ਨਿਯਮਤ ਤੌਰ ਤੇ ਗੁਰੂ ਦੀਆਂ ਰਚਨਾਵਾਂ ਦਾ ਪਾਠ ਵੀ ਆਪ ਕਰਨ ਲੱਗ ਪਏ। ਅੱਜ ਸਾਡੇ ਕਈ ਜਿਹੜੇ ਹਨ ਉਹ ਵਡੇਰੀ ਉਮਰ ਦੇ ਵੀ ਉਹਨਾਂ ਨੂੰ ਕਹੋ ਪੰਜਾਬੀ 'ਚ ਗੱਲ ਕਰੋ ਜਾਂ ਪੰਜਾਬੀ ਪੜ੍ਹੋ ਤਾਂ ਉਹਨਾਂ ਨੂੰ ਪੜ੍ਹਨਾ ਨਹੀਂ ਹੁੰਦਾ। ਅੱਜ ਦੇ ਨੌਜਵਾਨ ਤਾਂ ਵੈਸੇ ਹੀ ਪੰਜਾਬੀ ਔਰ ਗੁਰਬਾਣੀ ਤੋਂ ਕਾਫੀ ਦੂਰ ਹਨ, ਕੁਝ ਨੂੰ ਛੱਡ ਕੇ। ਆਪ ਜੀ ਨੇ ਦੇਵਨਾਗਰੀ ਲਿਪੀ ਸੰਸਕ੍ਰਿਤ ਹਿੰਦੀ ਦੇ ਵਰਨਮਾਲਾ ਕੁਝ ਦਿਨਾਂ ਵਿੱਚ ਸਿੱਖ ਲਈ। ਉਸ ਸਮੇਂ ਬਹੁਤ ਸਾਰੇ ਦੋਸਤਾਂ ਅਤੇ ਅਧਿਆਪਕਾਂ ਨੇ ਆਪ ਜੀ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਐਡੀਸ਼ਨਲ ਲੈਂਗੁਏਜ ਦੀ ਪੜ੍ਹਾਈ ਨੂੰ ਨਾ ਬਦਲੇ, ਕਿਉਂਕਿ ਇਮਤਿਹਾਨ ਲਈ ਬਚਿਆ ਸਮਾਂ ਬਹੁਤ ਘੱਟ ਸੀ, ਸਿਰਫ 3 ਮਹੀਨੇ। ਸਾਹਿਬ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੀ ਭਾਸ਼ਾ ਦਾ ਵਿਸ਼ਾ ਸੰਸਕ੍ਰਿਤ ਹੋਵੇਗਾ। ਉਹ ਸੰਸਕ੍ਰਿਤ ਦੇ ਅਧਿਆਪਕ ਕੋਲ ਗਏ ਜਿਨ੍ਹਾਂ ਨੇ ਉਹਨਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਅਤੇ ਹਰ ਤਰ੍ਹਾਂ ਦੀ ਅਗਵਾਈ ਦਾ ਵਾਅਦਾ ਕੀਤਾ। ਆਪ ਜੀ ਨੇ ਆਪਣਾ ਸਾਰਾ ਸਮਾਂ ਸੰਸਕ੍ਰਿਤ ਭਾਸ਼ਾ ਦੇ ਅਧਿਐਨ ਤੇ ਬਿਤਾਉਣਾ ਸ਼ੁਰੂ ਕਰ ਦਿੱਤਾ। 3 ਮਹੀਨਿਆਂ ਦੇ ਸਮੇਂ ਵਿੱਚ ਹੀ ਆਪ ਜੀ ਨੇ ਇੰਨੀ ਮੁਹਾਰਤ ਹਾਸਲ ਕਰ ਲਈ। 3 ਸਾਲਾਂ ਵਿੱਚ ਬਹੁਤ ਸਾਰੇ ਲੋਕਾਂ ਤੋਂ ਵੱਧ ਲੋਕ ਜਿਹੜੇ ਹਨ ਉਹ ਇਸ ਨੂੰ ਪ੍ਰਾਪਤ ਬਹੁਤ ਘੱਟ ਕਰ ਸਕਦੇ ਹਨ। ਹਾਈ ਸਕੂਲ ਵਿੱਚ ਆਪ ਜੀ ਨੇ ਹਮੇਸ਼ਾ ਸੰਸਕ੍ਰਿਤ ਵਿੱਚੋਂ ਪਹਿਲਾ ਜਿਹੜਾ ਹੈ ਉਹ ਸਥਾਨ ਪ੍ਰਾਪਤ ਕੀਤਾ। ਸਾਹਿਬ ਸਿੰਘ ਜੀ ਪਸਰੂੜ ਦੇ ਸਕੂਲ ਵੀ ਸਨ। ਜਦੋਂ ਆਪ ਜੀ ਨੂੰ ਆਪ ਜੀ ਦੇ ਪਿਤਾ ਦੀ ਚਲਾਣੇ ਦੀ ਖਬਰ ਜਿਹੜੀ ਹੈ ਉਹ ਮਿਲੀ
ਜੋ 20 ਜੁਲਾਈ 1907 ਨੂੰ ਉਹਨਾਂ ਦੇ ਪਿਤਾ ਜੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਜਦੋਂ ਸਾਹਿਬ ਸਿੰਘ ਜੀ ਘਰ ਆਏ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਉਸਦੇ ਪਿਤਾ ਜੀ ਦੀ ਆਖਰੀ ਇੱਛਾ ਸੀ ਕਿ ਪਰਿਵਾਰ ਦੇ ਮੈਂਬਰ ਕਿਸੇ ਵੀ ਕੀਮਤ ਤੇ ਉਸਦੀ 10ਵੀਂ ਜਮਾਤ ਤੱਕ ਦੀ ਸਿੱਖਿਆ ਦਾ ਪ੍ਰਬੰਧ ਕਰਨ। ਇੱਕ ਗਰੀਬ ਅਤੇ ਅਨਪੜ੍ਹ ਪਿਤਾ ਦੀ ਮੇਰੀ ਸਿੱਖਿਆ ਪ੍ਰਤੀ ਇਹ ਸਮਰਪਣ ਦੀ ਬਹੁਤ ਵਡਿਆਈ ਕਰਨ ਦੀ ਲੋੜ ਹੈ। ਕੋਈ ਵੀ ਮਰੇ ਹੋਏ ਪੁਰਖਿਆਂ ਨੂੰ ਭੋਜਨ ਅਤੇ ਹੋਰ ਵਸਤਾਂ ਨਹੀਂ ਭੇਜ ਸਕਦਾ। ਮ੍ਰਿਤਕ ਨੂੰ ਪਿਆਰ ਦੀ ਲੋੜ ਹੁੰਦੀ ਹੈ ਜਾਂ ਉਸ ਲਈ ਪਰਮਾਤਮਾ ਅੱਗੇ ਦਿਲ ਦੀ ਪ੍ਰਾਰਥਨਾ ਦੀ ਲੋੜ ਹੁੰਦੀ ਹੈ। ਸਾਹਿਬ ਸਿੰਘ ਨੇ ਕਿਹਾ, ਉਸ ਸਮੇਂ ਸਿੰਘ ਸਾਹਿਬ ਸਿੰਘ ਦੀ ਉਮਰ 15 ਸਾਲ 5 ਮਹੀਨੇ ਦੀ ਸੀ। ਸਾਹਿਬ ਸਿੰਘ ਜੀ ਨੂੰ ਦੱਸਿਆ ਗਿਆ ਕਿ ਉਹ ਅਕਸਰ ਆਪਣੇ ਪਿਤਾ ਲਈ ਬਕਾਇਦਾ ਪ੍ਰਾਰਥਨਾ ਕਰਦਾ ਸੀ। ਸਾਹਿਬ ਸਿੰਘ ਦੀਆਂ 3 ਛੋਟੀਆਂ ਭੈਣਾਂ, ਇੱਕ ਬਜ਼ੁਰਗ ਮਾਂ ਅਤੇ ਉਸਦੀ ਆਪਣੀ ਪਤਨੀ ਸੀ। ਪਰਿਵਾਰ ਦੇ ਗੁਜ਼ਾਰੇ ਦਾ ਸਾਰਾ ਬੋਝ ਸਾਹਿਬ ਸਿੰਘ ਜੀ ਦੇ 11 ਅਤੇ 13 ਸਾਲ ਦੇ 2 ਛੋਟੇ ਭਰਾਵਾਂ ਦੇ ਕੋਮਲ ਮੋਢਿਆਂ ਤੇ ਆ ਗਿਆ, ਜੋ ਆਪਣੇ ਪਿਤਾ ਦੇ ਜੀਵਨ ਕਾਲ ਦੌਰਾਨ ਸਿੱਖ ਵੀ ਬਣ ਗਏ ਸਨ। ਜਿਸ ਸਮੇਂ ਦੌਰਾਨ ਪ੍ਰੋਫੈਸਰ ਸਾਹਿਬ ਸਿੰਘ ਜੀ ਪਸਰੂਰ ਦੇ ਹਾਈ ਸਕੂਲ ਵਿੱਚ ਪੜ੍ਹਦੇ ਸਨ ਤਾਂ ਉਸ ਦੇ ਆਗਿਆਕਾਰੀ ਛੋਟੇ ਭਰਾ ਆਪਣੇ ਪਿੰਡ ਤੋਂ ਉਸ ਲਈ ਕਣਕ ਦਾ ਆਟਾ ਅਤੇ ਹੋਰ ਭੋਜਨ ਸਮਾਨ ਲੈ ਕਰਕੇ ਉਹਨਾਂ ਕੋਲ ਜਾਂਦੇ ਸਨ। ਸਾਹਿਬ ਸਿੰਘ ਜੀ ਕੋਲ ਸਾਹਿਬ ਸਿੰਘ ਜਦੋਂ ਪਸਰੂਰ ਹਾਈ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਉੱਥੇ 9ਵੀਂ ਅਤੇ 10ਵੀਂ ਜਮਾਤ ਪੜ੍ਹਾਉਣ ਲਈ ਇੱਕ ਨਵਾਂ ਅਧਿਆਪਕ, ਜਿਸ ਦਾ ਨਾਮ ਪੰਡਤ ਵਿਦਸਤਾ ਪ੍ਰਸਾਦ ਸੀ, ਤਾਇਨਾਤ ਸੀ। ਉਹ ਬਹੁਤ ਹੀ ਦਿਆਲੂ ਦਿਲ ਵਾਲੇ ਇਨਸਾਨ ਸਨ। ਇਸ ਅਧਿਆਪਕ ਨੇ 10ਵੀਂ ਜਮਾਤ ਦੇ ਤਿਮਾਹੀ ਟੈਸਟ ਵਿੱਚ ਭੂਗੋਲ ਬਾਰੇ ਪ੍ਰਸ਼ਨ ਪੱਤਰ ਤੈਅ ਕੀਤਾ। ਉਹ ਸਾਹਿਬ ਸਿੰਘ ਦੇ ਉੱਤਰ ਪੱਤਰ ਦੀ ਪੜਤਾਲ ਕਰਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੂੰ ਮਿਲਣਾ ਚਾਹੁੰਦਾ ਸੀ। ਉੱਤਰ ਪੱਤਰ ਦੇ ਵਿਦਿਆਰਥੀ ਦਾ ਨਾਂ ਨੱਥੂ ਰਾਮ ਲਿਖਿਆ ਹੋਇਆ ਸੀ, ਜਦੋਂ ਕਿ ਉਹ ਸਿੱਖ ਮੁੰਡਾ ਸੀ। ਇਸ ਰਹੱਸ ਨੂੰ ਹੱਲ ਕਰਨ ਲਈ ਉਹ ਸਾਰੇ ਉੱਤਰ ਪੱਤਰ ਆਪਣੇ ਨਾਲ ਲੈ ਗਿਆ ਅਤੇ 10ਵੀਂ ਜਮਾਤ ਦੇ ਸਾਹਮਣੇ ਪੇਸ਼ ਹੋਇਆ। ਉਸਨੇ ਨੱਥੂ ਰਾਮ ਨੂੰ ਖੜੇ ਹੋਣ ਲਈ ਕਿਹਾ। ਇਹ ਸੁਣ ਕੇ ਸਾਹਿਬ ਸਿੰਘ ਉੱਠ ਖਲੋਤਾ। ਪੜਤਾਲ ਕਰਨ ਤੇ ਸਾਹਿਬ ਸਿੰਘ ਨੇ ਦੱਸਿਆ ਕਿ ਉਸਦੇ ਸਿੱਖ ਬਣਨ ਤੇ ਸਕੂਲ ਦੇ ਰਿਕਾਰਡ 'ਚ ਉਸਦਾ ਨਾਂ ਨਹੀਂ ਬਦਲਿਆ ਗਿਆ। ਸਾਰੀ ਕਹਾਣੀ ਸੁਣ ਕੇ ਪੰਡਤ ਜੀ ਵੀ ਸਾਹਿਬ ਸਿੰਘ ਪ੍ਰਤੀ ਬਹੁਤ ਪਿਆਰ ਅਤੇ ਸਤਿਕਾਰ ਪੈਦਾ ਹੋਇਆ। 1908 ਦੀਆਂ ਗਰਮੀਆਂ ਦੀਆਂ ਛੁੱਟੀਆਂ ਬਾਅਦ ਇਹ ਸਕੂਲ 2 ਵਾਰ 1.5 ਮਹੀਨੇ ਤੋਂ ਵੱਧ ਸਮੇਂ ਲਈ ਬੰਦ ਕਰ ਦਿੱਤੇ ਜਾਂਦੇ ਸਨ, ਕਿਉਂਕਿ ਉਸ ਸਮੇਂ ਸਾਰਾ ਪੰਜਾਬ ਮਲੇਰੀਆ ਦੀ ਭਿਆਨਕ ਮਹਾਮਾਰੀ ਦੇ ਕਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਸਾਹਿਬ ਸਿੰਘ ਵੀ ਇਸ ਮਹਾਮਾਰੀ ਤੋਂ ਬਹੁਤ ਦੁਖੀ ਸਨ। ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਸੀ ਅਤੇ ਉਹ ਲਗਾਤਾਰ ਦੁਖੀ ਸਨ। ਅੰਤਮ 10ਵੀਂ ਗ੍ਰੇਡ ਦੀ ਪ੍ਰੀਖਿਆ ਦੀਆਂ ਫੀਸਾਂ ਇਸ ਮਹੀਨੇ ਦੇ ਦੌਰਾਨ ਵਿਦਿਆਰਥੀਆਂ ਦੁਆਰਾ ਭੇਜੀਆਂ ਜਾਂਦੀਆਂ ਸਨ। ਉਸ ਦੇ ਅਧਿਆਪਕ ਪੰਡਤ ਵਿਦਸਤਾ ਪ੍ਰਸਾਦ ਨੇ ਸਾਹਿਬ ਸਿੰਘ ਨੂੰ ਉਸਦੇ ਪਿੰਡ ਤੋਂ ਪਸਰੂਰ ਲਿਜਾਣ ਦਾ ਪ੍ਰਬੰਧ ਕੀਤਾ। ਹੋਸਟਲ ਵਿੱਚ ਰਹਿਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਅਤੇ ਉਸ ਨੂੰ ਸਥਾਨਕ ਹਸਪਤਾਲ ਦੇ ਇੱਕ ਡਾਕਟਰ ਦੇ ਇਲਾਜ ਅਧੀਨ ਰੱਖਿਆ। ਸਾਹਿਬ ਸਿੰਘ ਛੇਤੀ ਹੀ ਇਸ ਬਿਮਾਰੀ ਤੋਂ ਠੀਕ ਹੋ ਗਏ ਅਤੇ ਉਸ ਦੀ ਪ੍ਰੀਖਿਆ ਫੀਸ ਵੀ ਸਮੇਂ ਸਿਰ ਭੇਜ ਦਿੱਤੀ ਗਈ। ਜਦੋਂ ਤੱਕ ਉਹ ਇਲਾਜ ਅਧੀਨ ਰਹੇ, ਉਦੋਂ ਤੱਕ ਸਾਰਾ ਭੋਜਨ ਪੰਡਤ ਜੀ ਆਪਣੇ ਘਰ ਤੋਂ ਮੁਹੱਈਆ ਕਰਵਾਉਂਦੇ ਰਹੇ। ਇਮਤਿਹਾਨ ਫੀਸ ਲਈ ਪੈਸੇ ਦਾ ਪ੍ਰਬੰਧ ਉਸ ਦੀ ਵਿਧਵਾ ਚਾਚੀ ਦੁਆਰਾ ਕੀਤਾ ਗਿਆ, ਜਿਸ ਨੇ ਆਪਣੇ ਗਹਿਣਿਆਂ ਨੂੰ ਆਪਣੇ ਕੋਲ ਜ਼ਮਾਨਤੀ ਡਿਪਾਜ਼ਿਟ ਵਜੋਂ ਰੱਖ ਕੇ ਸ਼ਾਹੂਕਾਰ ਤੋਂ ਪੈਸੇ ਉਧਾਰ ਲਏ ਸਨ। ਫਾਈਨਲ ਪ੍ਰੀਖਿਆ ਦੀ ਤਿਆਰੀ ਲਈ ਉਸ ਕੋਲ 2 ਮਹੀਨੇ ਦਾ ਸਮਾਂ ਬਚਿਆ ਹੋਣ ਕਰਕੇ ਸਕੂਲ ਚੋਂ ਕਰੀਬ 4 ਮਹੀਨੇ ਦੀ ਗੈਰ ਹਾਜ਼ਰੀ ਤੋਂ ਬਾਅਦ ਸਾਹਿਬ ਸਿੰਘ ਨੇ 5 ਵਿਸ਼ਿਆਂ ਦੀ ਥਾਂ 4 ਵਿਸ਼ਿਆਂ 'ਚ ਪ੍ਰੀਖਿਆ ਦੀ ਤਿਆਰੀ ਕਰ ਲਈ। 10 ਵਿਦਿਆਰਥੀਆਂ ਵਿੱਚੋਂ ਸਿਰਫ 33 ਵਿਦਿਆਰਥੀਆਂ ਨੇ ਹੀ ਪ੍ਰੀਖਿਆ ਪਾਸ ਕੀਤੀ। 100 ਵਿਦਿਆਰਥੀਆਂ ਵਿੱਚੋਂ ਕੇਵਲ 33 ਵਿਦਿਆਰਥੀਆਂ ਨੇ ਹੀ ਪ੍ਰੀਖਿਆ ਪਾਸ ਕੀਤੀ ਅਤੇ ਸਫਲ ਉਮੀਦਵਾਰਾਂ ਦੀ ਸੂਚੀ ਵਿੱਚ ਸਾਹਿਬ ਸਿੰਘ ਜੀ ਪਹਿਲੇ ਸਥਾਨ ਤੇ ਰਹੇ। ਕੁਝ ਮਹੀਨਿਆਂ ਲਈ ਸੰਗਲਾ ਮਿਡਲ ਸਕੂਲ ਵਿੱਚ ਅਸਥਾਈ ਤੌਰ ਤੇ ਸਾਹਿਬ ਸਿੰਘ ਜੀ ਨੌਕਰੀ ਵੀ ਕਰਦੇ ਰਹੇ। ਇਸ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਕਾਫੀ ਭਟਕਦੇ ਰਹੇ, ਪਰ ਕੋਈ ਸਫਲਤਾ ਨਾ ਮਿਲੀ। ਸਾਹਿਬ ਸਿੰਘ ਜੀ ਦੱਸਦੇ ਹਨ ਕਿ ਅੰਮ੍ਰਿਤਸਰ ਵਿਖੇ ਜਦੋਂ ਮੈਂ ਕੋਈ ਵੀ ਰੁਜ਼ਗਾਰ ਹਾਸਲ ਕਰਨ ਦੀ ਸਾਰੀ ਉਮੀਦ ਗਵਾ ਦਿੱਤੀ, ਫਿਰ ਰਾਮਬਾਗ ਵਿੱਚ ਮੈਂ ਇੱਕ ਦਰਖਤ ਦੇ ਹੇਠਾਂ ਬੈਠਾ ਔਰ ਮੈਂ ਕੀ ਦੇਖਿਆ ਕਿ ਮੈਂ ਸਿਰਜਣਹਾਰ ਨੂੰ, ਅਕਾਲ ਪੁਰਖ ਨੂੰ ਅਫਸੋਸ ਕੀਤਾ। ਉਸ ਨੂੰ ਕਿਹਾ, ਮੈਂ ਤੁਹਾਡੀ ਮਾਲਾ ਵਾਪਸ ਕਰ ਦਿੰਦਾ ਹਾਂ। ਮੈਂ ਭੁੱਖ ਅਤੇ ਮੁਸੀਬਤ ਦੀ ਇਸ ਸਥਿਤੀ ਵਿੱਚ ਤੁਹਾਡਾ ਧਿਆਨ ਨਹੀਂ ਕਰ ਸਕਦਾ।
इस तरह वो खाली हाथ अपने पिंड वापस आ गए। जुलाई 1910 की गल है, साहब सिंह जी ने डाकखाने में किसी अहुदे लिए अर्जी दी ते आप जी नूं पिंड तो 40 मील की दूरी ते स्थित सियालकोट में इंटरव्यू लिए बुलाया गया। पशरूर शहर बिल्कुल विकसित विचकार स्थित है, जिथे उसनूं 4 साल तो पढ़ाई की सी। उस को सियालकोट जान ਅਤੇ बिना किसी मेहताने दे उत्ते सिखलाई लई कुछ दिन बिताउण लई पैसे नहीं सन। उसने सोचा कि वो किसी भी तरह दूरी ते चलण की कोशिश करेगा, पर वो अपनी रोजी रोटी लई की करेगा। उसके छोटे भरावां वालों चलाई गई दुकान विच कोई पैसा उपलब्ध नहीं सी। उसकी मां ने अपने बेटे लई थोड़ी जी रकम दे के करजे लए कुछ लोगों नाल संपर्क किया जो वो कुछ रोजगार हासिल कर सके, पर कोई भी उसनूं मजबूर नहीं सी करता क्योंकि वो गरीब लोग सन। अखीर उसकी मां ने एक सफाई सेवक नूं बेनती की वो उन्हां दे तस खा के करजा देवे। उस परमेश्वर नेक औरत तो डरदा है। उसकी अखां विच हंझुआं नाल इस मकसद लई अपनी मां नूं 2 रुपए का करजा दिता। साहिब सिंह जी दी जुतियां पूरी तरह फटियां हुई सन। मैं बेनती करांगा कि इस वाक्य नूं बड़े ध्यान नाल आप सरवण करना। साहिब सिंह दी जुतियां पूरी तरह फटियां हुई सन। नवा जोड़ा खरीदा गया। वो सियालकोट पहुंचने लई घरों निकले। नवी जुतियां ने उसके पैरों नूं सट मार दी अते तुरना मुश्किल हो गया। फिर उसने पुराने पा लए। जुतियां की तली अते अड्डी पहला ही घस चुकी सी, हुण अड्डियां पूरी तरह अलग हो गई। इस तो बाद उस दियां अड्डियां ते बहुत सट लगी सी। फिर उसने नंगे पैर तुरना शुरू कर दिता। बड़ी मुश्किल नाल वो अपने पिंड तो 20 मील की दूरी ते पसरूर पहुंचा। साहिब सिंह जी लिखते हैं, मैनू हुण एहसास हो गया कि असी गरीब लोग हाँ। फिर मैनू एहसास होया कि किवें गरीब लोग बेजान लोग हैं, तूड़ी वांग उड़ते हैं अते पैरां हेठां दबे हुए हैं। वो स्कूल के होस्टल में गए। साहब सिंह जी जिथे वो 1 साल पहला रह चुके सन। आप जी ने बहुत सारे अध्यापकों अते विद्यार्थियों को वेख्या। पंडित वित्सा प्रसाद उत्थे नहीं सन क्योंकि उन्होंने लाहौर विच नौकरी मिल गई सी। साहिब सिंह जी नूं बड़ी निराशता दी हुई ते रात बिताउण लई वो अपने स्कूल के होस्टल के सामने सड़क के किनारे लेट गए। होया इंज कि स्कूल ड्रिल मास्टर सरदार प्रगट सिंह उस पासों लंघिया। उस स्कूल में इकलौते सिख अध्यापक सन। उन्होंने साहब सिंह नूं वेख्या ते बड़ी हैरानी नाल उत्थे रुक गए। बोलिया, साहब सिंह कि तुसी सोचते हो कि 1 साल बीत जान ते ठीक बाद इत्थे कोई भी नहीं है जो तुहानूं जानदा है? प्रगट सिंह दी अखां विच हंझू आ गए। साहब सिंह ने उसनूं अपनी पूरी खबर अपने नाल अपने घर लै गया। प्रगट सिंह जिथे उसने रात कट्टी। सवेरे उसनूं पुछया, तुसी सियालकोट किवें जाओगे? साहब सिंह ने कहा, मैं पैदल चल के। सर, फिर अध्यापक ने कहा, नहीं तुसी हुण होर दूरी ते नहीं चलोगे। अध्यापक साहब सिंह नूं 2 रुपए दे के घोड़े की गड्डी टांगा विच बिठा के भेज दिता। एक डाकघर विच एक असामी खाली सी अते इस अहुदे लई बहुत सारे उम्मीदवार जिहड़े सन उन्होंने अपलाई किया। डाकखाने के सुपरडेंट ने साहब सिंह नूं पुछया कि उन्होंने किहड़ी भाषा की लिपि का पता है। तो आप जी ने जवाब दिता कि वह फारसी, गुरमुखी, देवनागरी, लंडाई अते अंग्रेजी जानता है। सुपरडेंट जवाब तो बहुत खुश होया अते उसने अपने प्रमाण पत्रों बारे पूछा। इत्थे फिर वही समस्या पैदा हो गई। प्रमाण पत्रों ते उसका नाम नथू राम दर्शाया गया। साहब सिंह जी ने अपनी सारी कहानी दसी ते सुपरडेंट ने उसनूं इस अहुदे लई चुन लिया। सुपरडेंट साहिब सिंह नूं राया पोस्ट ऑफिस विखे काम करने लई जिहड़ी है तैनात कर दिता। मई 1911 की गल है कि साहब सिंह रैया डाकखाने में काम कर रहे सी। उत्थे आप जी की मुलाकात मुहम्मद अशरफ नाल हुई जो कि पसरूर विखे उसका जमात का साथी सी। अशरफ 12वीं की परीक्षा देने तो बाद लाहौर तो पिंड मताई की वापस आ गया। पसरूर तो ग्रैजुएशन करने तो बाद उसने लाहौर के कॉलेज में दाखिला लिया। पिंड मत्ती की राया तो 2 मील दूरी ते स्थित है। वो हर रोज साहिब सिंह नूं मिलदा सी। अशरफ साहिब सिंह नूं उचेरी सिक्ख्या ते कॉलेज जीवन के अपने तजर्बे भी दसदा सी। उस नाल साहिब सिंह उचेरी सिक्ख्या प्राप्त करने की इच्छा पैदा हुई। फिर भी वो अपने आप नूं शांत करेगा
कि जिन्हां हालातां विच ਉਹ ਆਪਣੇ ਆਪ ਨੂੰ ਪਾਉਂਦਾ ਸੀ, ਆਪਣੇ ਆਪ ਨੂੰ ਸਮਝਦਾ ਸੀ ਕਿ ਉਹਨਾਂ ਲਈ ਉਚੇਰੀ ਸਿੱਖਿਆ ਸੰਭਵ ਨਹੀਂ ਸੀ। ਉਹਨੂੰ ਪਤਾ ਲੱਗਾ ਕਿ ਪੰਡਤ ਵਿਰਸਾ ਪ੍ਰਸਾਦ ਉਸਦਾ ਮਹਾਨ ਪਰਉਪਕਾਰੀ ਅਧਿਆਪਕ ਉਦੋਂ ਦਿਆਲ ਸਿੰਘ ਹਾਈ ਸਕੂਲ ਲਾਹੌਰ ਵਿੱਚ ਇੱਕ ਅਧਿਆਪਕ ਸੀ। ਇਸ ਲਈ ਉਸਨੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਆਪਣੀ ਇੱਛਾ ਬਾਰੇ ਇੱਕ ਵਿਸਤ੍ਰਿਤ ਪੱਤਰ ਲਿਖਿਆ। ਚੌਥੇ ਦਿਨ ਉਹਨਾਂ ਨੂੰ ਪੰਡਤ ਜੀ ਦਾ ਜਵਾਬ ਮਿਲਿਆ ਕਿ ਉਹ ਛੇਤੀ ਹੀ ਉਹਨਾਂ ਨੂੰ ਰਿਪੋਰਟ ਕਰਨ ਤਾਂ ਜੋ ਦਿਆਲ ਸਿੰਘ ਕਾਲਜ ਵਿੱਚ ਦਾਖਲਾ ਲੈਣ ਲਈ ਸਾਹਿਬ ਸਿੰਘ ਜੀ ਦੀ ਮਦਦ ਕਰ ਸਕਣ। ਉਸਨੇ ਪਰਿਵਾਰਾਂ ਦੇ ਹਾਲਾਤਾਂ ਬਾਰੇ ਗੰਭੀਰਤਾ ਨਾਲ ਸੋਚਿਆ, ਖਾਸ ਕਰਕੇ ਉਹਨਾਂ ਸਿਰ ਚੜੇ ਭਾਰੀ ਕਰਜ਼ੇ ਬਾਰੇ। ਸਾਹਿਬ ਸਿੰਘ ਜੀ ਜੋ ਕੁਝ ਵੀ ਕਮਾ ਰਿਹਾ ਸੀ, ਅਮਲੀ ਤੌਰ ਤੇ ਉਹ ਸਾਰਾ ਕੁਝ ਉਸਦੇ ਪਿੰਡ ਭਰਾਵਾਂ ਨੂੰ ਭਾਰੀ ਕਰਜ਼ੇ ਦੀ ਮੁਕਤੀ ਲਈ ਭੇਜਿਆ ਜਾ ਰਿਹਾ ਸੀ। ਪਰ ਇਹ ਕਰਜ਼ ਭਾਵੇਂ ਇਸ ਵਿੱਚ ਵਾਧਾ ਨਹੀਂ ਹੋਇਆ, ਫਿਰ ਵੀ ਇਹ ਉੱਥੇ ਹੀ ਖੜਾ ਸੀ ਜਿੱਥੇ ਇਹ ਸੀ, ਕਿਉਂਕਿ ਰਕਮ ਸਿਰਫ ਭਾਰੀ ਵਿਆਜ ਨੂੰ ਨਿਰਧਾਰਿਤ ਕਰਨ ਲਈ ਕਾਫੀ ਸੀ ਜੋ ਉਹ ਮੂਲ ਰਕਮ ਲਈ ਅਦਾ ਕਰ ਰਹੇ ਸਨ। ਸਾਹਿਬ ਸਿੰਘ ਨੇ ਸਥਿਤੀ ਤੇ ਗੰਭੀਰਤਾ ਨਾਲ ਵਿਚਾਰ ਕੀਤਾ, ਕੁਝ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਲੈਣ ਦਾ ਫੈਸਲਾ ਕੀਤਾ। ਇਸ ਤਰ੍ਹਾਂ ਉਹ ਸਾਰਾ ਕਰਜ਼ਾ ਉਤਾਰਨ ਲਈ ਵਧੇਰੇ ਕਮਾਏਗਾ। ਇਸ ਤਰ੍ਹਾਂ ਉਹ ਉੱਚ ਗਿਆਨ ਪ੍ਰਾਪਤ ਕਰਨ ਦੀ ਆਪਣੇ ਦਿਲ ਦੀ ਇੱਛਾ ਨੂੰ ਪੂਰਾ ਕਰੇਗਾ। ਸਾਹਿਬ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੀ ਚਿੱਠੀ ਜਿਹੜੀ ਹੈ ਉਹ ਲਿਖ ਦਿੱਤੀ। ਮੈਨੂੰ ਡਿਊਟੀਆਂ ਤੋਂ ਮੁਕਤ ਕਰਨ ਲਈ ਅਧਿਕਾਰੀਆਂ ਨੇ ਸਿਰਫ 4 ਲਾਈਨਾਂ ਦੀ ਚਿੱਠੀ ਲਿਖਣੀ ਪਈ। ਮੇਰਾ ਦਿਲ ਕੰਬਣ ਲੱਗ ਪਿਆ, ਹੱਥ ਵੀ ਕੰਬਣ ਲੱਗ ਗਏ। ਬਹੁਤ ਜ਼ਿਆਦਾ ਡਰ ਸੀ ਕਿ ਇਹ ਕਿਸ ਸ਼ਕਲ ਵਿੱਚ ਲੈ ਜਾਏਗਾ। ਕਾਲਜ ਦੇ ਖਰਚਿਆਂ ਲਈ ਪੈਸੇ ਕਿੱਥੋਂ ਪ੍ਰਾਪਤ ਕਰਨਾ ਹੈ, ਲੋਕ ਕੀ ਕਹਿਣਗੇ, ਹਰ ਤਰ੍ਹਾਂ ਦੇ ਡਰ। ਪਰਮੇਸ਼ਰ ਨੇ ਇੰਨੀ ਇੱਛਾ ਕੀਤੀ ਕਿ ਮੈਂ ਚਿੱਠੀ ਲਿਖੀ ਅਤੇ ਪੋਸਟ ਮਾਸਟਰ ਨੂੰ ਮਾਫ ਕਰਨਾ ਅੱਗੇ ਦੇ ਪ੍ਰਸਾਰਣ ਲਈ ਦੇ ਦਿੱਤੀ। ਮੈਂ ਉਸ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਅਧਿਕਾਰੀਆਂ ਦੁਆਰਾ ਮੇਰੀ ਬੇਨਤੀ ਸਵੀਕਾਰ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਹ ਇਸ ਜਾਣਕਾਰੀ ਨੂੰ ਕਿਸੇ ਵਿੱਚ ਵੀ ਲੀਕ ਨਾ ਕਰਨ। ਡਾਕਘਰ ਵਿੱਚ ਮੇਰੇ ਸਾਰੇ ਸਾਥੀ ਮੇਰੀ ਕਾਰਵਾਈ ਤੋਂ ਬਹੁਤ ਹੈਰਾਨ ਸਨ। ਉਹਨਾਂ ਨੂੰ ਸਕਾਰਾਤਮਕ ਤੌਰ ਤੇ ਸੋਚਿਆ ਕਿ ਇਹ ਇੱਕ ਪਾਗਲ ਕੰਮ ਸੀ। ਹਾਲਾਂਕਿ ਪੱਤਰ ਸੁਪਰਡੈਂਟ ਨੂੰ ਭੇਜ ਦਿੱਤਾ ਗਿਆ ਸੀ। ਮੈਂ ਉਸ ਨੂੰ ਇੱਕ ਨਿੱਜੀ ਚਿੱਠੀ ਵੀ ਲਿਖੀ ਜਿਸ ਵਿੱਚ ਉਸ ਦੀਆਂ ਪਿਛਲੀਆਂ ਮਿਹਰਬਾਨੀਆਂ ਲਈ ਉਸ ਦਾ ਧੰਨਵਾਦ ਕੀਤਾ ਗਿਆ। ਮੈਂ ਉਸ ਨੂੰ ਬੇਨਤੀ ਕੀਤੀ ਕਿ ਉਹ ਛੇਤੀ ਤੋਂ ਛੇਤੀ ਡਿਊਟੀ ਤੋਂ ਮੁਕਤ ਹੋਣਾ ਚਾਹੁੰਦਾ ਹੈ, ਕਿਉਂਕਿ ਹੋ ਸਕਦਾ ਹੈ ਕਿ ਉਹ ਕਾਲਜ ਵਿੱਚ ਅਗਲੇ ਦਾਖਲੇ ਦਾ ਮੌਕਾ ਗਵਾ ਦੇਵੇ। ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਸਾਹਿਬ ਸਿੰਘ ਜੀ ਆਪਣੇ ਪਿੰਡ ਚਲੇ ਗਏ ਤੇ 2 ਦਿਨਾਂ ਬਾਅਦ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਖਬਰ ਦਿੱਤੀ ਕਿ ਉਸਨੇ ਡਾਕਘਰ ਦੀ ਨੌਕਰੀ ਜਿਹੜੀ ਹੈ ਛੱਡ ਦਿੱਤੀ ਹੈ। ਪਰ ਕਿਸੇ ਨੂੰ ਵੀ ਇਸ ਗੱਲ ਦੇ ਬਾਰੇ ਜਿਹੜਾ ਹੈ ਵਿਸ਼ਵਾਸ ਨਹੀਂ ਹੋਇਆ ਕਿ ਇਸ ਤਰ੍ਹਾਂ ਇਹ ਕਿਉਂ ਕੀਤਾ ਗਿਆ ਹੈ। ਉਹਨਾਂ ਨੂੰ ਇਹ ਡਰ ਸੀ ਕਿ ਇਹ ਨੌਕਰੀ ਛੱਡ ਕੇ ਕਿਤੇ ਸੰਨਿਆਸੀ ਨਾ ਬਣ ਜਾਵੇ। ਸਾਹਿਬ ਸਿੰਘ ਜੀ ਬਿਆਨ ਕਰਦੇ ਹਨ ਕਿ ਪਰਿਵਾਰਕ ਮੈਂਬਰਾਂ ਦੀ ਇਹ ਧਾਰਨਾ ਕਾਫੀ ਹੱਦ ਤੱਕ ਸਹੀ ਸੀ। ਮੇਰੀ ਅੰਦਰੂਨੀ ਆਵਾਜ਼ ਮੈਨੂੰ ਦੱਸ ਰਹੀ ਸੀ ਕਿ ਜੇ ਯੋਜਨਾਵਾਂ ਸਫਲ ਹੋ ਗਈਆਂ ਤਾਂ ਇਸ ਘਰ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਰਹੇਗੀ। ਮੈਂ ਉਹਨਾਂ ਲਈ ਸਦਾ ਲਈ ਗੁੰਮ ਹੋ ਜਾਵਾਂਗਾ। ਮੇਰੀ ਬੇਨਤੀ ਤੇ ਮੇਰੀ ਮਾਂ ਨੇ ਮੇਰੇ ਲਈ ਭੋਜਨ ਪਕਾਇਆ। ਖਾਣਾ ਖਾਣ ਲਈ ਮੇਰੇ ਸਾਹਮਣੇ ਸੀ, ਪਰ ਕੌਣ ਖਾ ਸਕਦਾ ਸੀ। ਮੇਰੀਆਂ ਭੈਣਾਂ ਵੀ ਬੁਰੀ ਤਰ੍ਹਾਂ ਰੋ ਰਹੀਆਂ ਸਨ। ਇਸ ਤਰ੍ਹਾਂ ਮੇਰੀ ਪਤਨੀ, ਮਾਂ ਅਤੇ ਬੱਚੇ ਵਾਂਗ ਉੱਚੀ ਆਵਾਜ਼ ਵਿੱਚ ਰੋ ਰਹੀ ਸੀ। ਭੋਜਨ ਕੌਣ ਖਾ ਸਕਦਾ ਸੀ? ਕੌਣ ਜਾਣਦਾ ਸੀ ਕਿ ਮੈਂ ਸਾਰਿਆਂ ਦੁਆਰਾ ਮਿਲਾਂਗਾ ਜਾਂ ਨਹੀਂ। ਕਿਸੇ ਚੀਜ਼ ਦਾ ਸਵਾਦ ਨਾ ਲੈਂਦੇ ਹੋਏ ਮੈਂ ਜਲਦੀ ਨਾਲ ਕੁਝ ਭੋਜਨ ਨਿਕਲ ਲਿਆ ਤੇ 6 ਸਤੰਬਰ 1911 ਨੂੰ ਸਵੇਰੇ 10 ਵਜੇ ਮੈਂ ਲਾਹੌਰ ਦੀ ਯਾਤਰਾ ਲਈ ਘਰੋਂ ਨਿਕਲ ਪਿਆ। 8 ਸਤੰਬਰ ਨੂੰ ਮੈਂ ਆਪਣੇ ਦੋਸਤ ਰੱਖਾ ਮਾਲ ਨੂੰ ਨਾਲ ਲਾ ਕੇ ਲਾਹੌਰ ਜਿਹੜਾ ਹੈ ਉਹ ਪਹੁੰਚ ਗਿਆ। ਤੋ ਰੱਖਾ ਰਾਮ ਮੱਲਾ ਸਾਹਿਬ ਸਿੰਘ ਨੂੰ ਦਿਆਲ ਸਿੰਘ ਸਕੂਲ ਵਿੱਚ ਪੰਡਤ ਵਿਰਸਾ ਪ੍ਰਸਾਦ ਕੋ ਲੈ ਗਏ। ਪੰਡਤ ਜੀ ਰਿਹਾਇਸ਼ੀ ਸਕੂਲ ਵਿੱਚ ਹੀ ਸੀ। ਸਾਹਿਬ ਸਿੰਘ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, ਅੱਜ ਆਪਣਾ ਸਮਾਨ ਰਾਮ ਰੱਖਾ ਕੋ ਰੱਖ, ਕੱਲ ਨੂੰ ਕਾਲਜ ਜੀ ਤੁਹਾਡੇ ਦਾਖਲੇ ਲਈ ਪ੍ਰਬੰਧ ਕੀਤੇ ਜਾਣਗੇ। ਫਿਰ ਸਾਹਿਬ ਸਿੰਘ ਨੇ ਜਵਾਬ ਦਿੱਤਾ, ਸਰ ਕਿਹੜਾ ਸਮਾਨ? ਮੇਰੇ ਕੋਲ ਕੋਈ ਸਮਾਨ ਹੀ ਨਹੀਂ ਹੈ। ਸਾਹਿਬ ਸਿੰਘ ਕੋਲ ਕੁਝ ਸਿੱਕੇ ਹੀ ਸਨ। ਇਹ ਸਭ ਜਾਣ ਕੇ ਪੰਡਤ ਜੀ ਨੂੰ ਬਹੁਤ ਹੈਰਾਨੀ ਹੋਈ। ਉਸਨੇ ਸਾਹਿਬ ਸਿੰਘ ਨੂੰ ਕਿਹਾ ਅਗਲੇ ਦਿਨ ਉਸ ਕੋਲ ਆ ਜਾਵੇ, ਜਦੋਂ ਉਸ ਲਈ ਕੁਝ ਕੱਪੜੇ ਬਣਾ ਕੇ ਦੇਵੇਗਾ। ਅਗਲੇ ਦਿਨ ਪੰਡਤ ਜੀ ਸਾਹਿਬ ਸਿੰਘ ਨੂੰ ਇੱਕ ਕੱਪੜੇ ਵਪਾਰੀ ਦੀ ਦੁਕਾਨ ਤੇ ਲੈ ਗਏ। 3 ਕਮੀਜ਼ਾਂ 3 ਜੋੜੇ ਪੈਂਟਾਂ ਲਈ ਕੱਪੜਾ ਖਰੀਦ ਕੇ ਸਿਲਾਈ ਲਈ ਇੱਕ ਦਰਜੀ ਨੂੰ ਦੇ ਦਿੱਤਾ। 11 ਸਤੰਬਰ 1991 ਨੂੰ ਪੰਡਤ ਜੀ ਨੇ ਦਿਆਲ ਸਿੰਘ ਕਾਲਜ ਦੇ ਮੁੱਖ ਕਲਰਕ ਨੂੰ ਇੱਕ ਪੱਤਰ ਲਿਖਿਆ ਅਤੇ ਦਾਖਲੇ ਲਈ ਲੋੜੀਂਦੀ ਫੀਸ ਵੀ ਦਿੱਤੀ।
ਹੈਡ ਕਲਰਕ ਨੇ ਫੀਸ ਵਿੱਚ 50% ਦੀ ਛੋਟ ਦਿੱਤੀ ਤੇ ਸਾਹਿਬ ਸਿੰਘ ਨੂੰ ਕਾਲਜ ਦੀ 11ਵੀਂ ਜਮਾਤ ਵਿੱਚ ਦਾਖਲਾ ਦੇ ਦਿੱਤਾ। ਸਾਹਿਬ ਸਿੰਘ ਨੇ ਕਈ ਸਰੋਤਾਂ ਤੋਂ ਆਰਥਿਕ ਸਹਾਇਤਾ ਮਿਲੀ ਅਤੇ ਉਹ ਕਾਲਜ ਵਿੱਚ ਚੰਗੀ ਤਰ੍ਹਾਂ ਸੈਟਲ ਹੋ ਗਏ। ਯੂਨੀਵਰਸਿਟੀਆਂ ਦੇ ਰਿਕਾਰਡ ਵਿੱਚ ਆਪ ਜੀ ਦਾ ਨਾਮ ਬਦਲ ਦਿੱਤਾ ਗਿਆ ਅਤੇ ਸਭ ਕੁਝ ਠੀਕ ਰਿਹਾ। ਮਈ 1913 ਵਿੱਚ 12ਵੀਂ ਜਮਾਤ ਦੀ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਆਰਟਸ ਦੇ ਵਿਦਿਆਰਥੀਆਂ ਵਿੱਚੋਂ ਉਸ ਨੂੰ ਯੂਨੀਵਰਸਿਟੀ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਆਰਟਸ ਅਤੇ ਸਾਇੰਸ ਦੋਵਾਂ ਵਿਦਿਆਰਥੀਆਂ ਵਿੱਚੋਂ ਆਪ ਜੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਤੇ ਆਪ ਜੀ ਨੂੰ 7 ਰੁਪਏ 10 ਪੈਸੇ ਪ੍ਰਤੀ ਮਹੀਨਾ ਵਜ਼ੀਫਾ ਅਤੇ BA ਜਮਾਤਾਂ ਲਈ ਕੁੱਲ ਫੀਸ ਰਿਆਇਤ ਮਿਲਣੀ ਸੀ। ਕਿਉਂਕਿ ਇੱਥੇ ਪੂਰੀ ਤਰ੍ਹਾਂ ਫੀਸ ਵਿੱਚ ਰਿਆਇਤ ਸੀ, ਇਸ ਲਈ ਉਸਨੇ ਸਰਕਾਰੀ ਕਾਲਜ ਲਾਹੌਰ ਵਿੱਚ ਦਾਖਲਾ ਲੈਣ ਦਾ ਫੈਸਲਾ ਕੀਤਾ, ਜੋ ਕਿ ਪੂਰੇ ਪੰਜਾਬ ਦੀ ਸਭ ਤੋਂ ਵਕਾਰੀ ਇੰਪੋਰਟੈਂਟ ਵਿਦਿਅਕ ਸੰਸਥਾ ਹੈ। ਸਤੰਬਰ ਵਿੱਚ ਉਹ ਸਰਕਾਰੀ ਕਾਲਜ ਲਾਹੌਰ ਵਿੱਚ ਦਾਖਲ ਹੋਏ। ਉਸਨੇ ਆਪਣੀ ਪੜ੍ਹਾਈ ਲਈ ਜੋ ਵਿਸ਼ੇ ਚੋਣ ਕੀਤੇ ਉਹਨਾਂ ਚੋਂ ਇੰਗਲਿਸ਼, ਹਿਸਾਬ, ਸੰਸਕ੍ਰਿਤ। ਉਸਨੂੰ ਬਹੁਤ ਸਾਰੇ ਸਰੋਤਾਂ ਦੀ ਲੋੜੀਂਦੀ ਮਾਤਰਾ ਵਿੱਚ ਵਿੱਤੀ ਸਹਾਇਤਾ ਦੇ ਵੀ ਵਾਅਦੇ ਪ੍ਰਾਪਤ ਹੋਏ। ਪ੍ਰੋਫੈਸਰ ਗੁਲਬਹਾਰ ਸਿੰਘ ਸਰਕਾਰੀ ਕਾਲਜ ਲਾਹੌਰ ਵਿੱਚ ਸੰਸਕ੍ਰਿਤ ਦੇ ਪ੍ਰੋਫੈਸਰ ਸਨ। ਸੰਸਕ੍ਰਿਤ ਉਸ ਦੁਆਰਾ ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਨੂੰ ਸਾਂਝੇ ਤੌਰ ਤੇ ਸਿਖਾਈ ਗਈ ਸੀ। 3 ਮਹੀਨਿਆਂ ਦੀ ਪੜ੍ਹਾਈ ਤੋਂ ਬਾਅਦ ਪ੍ਰੋਫੈਸਰ ਸਾਹਿਬ ਨੇ 4 ਮਹੀਨੇ ਦਸੰਬਰ 4 ਦੇ ਮਹੀਨੇ ਦੌਰਾਨ ਵਿਦਿਆਰਥੀ ਦੀ ਜਾਂਚ ਕਰਨੀ ਸੀ। ਪ੍ਰੋਫੈਸਰ ਅਤੇ ਵਿਦਿਆਰਥੀਆਂ ਦੋਹਾਂ ਨੂੰ ਹੀ ਸਾਹਿਬ ਸਿੰਘ ਦੀ ਸੰਸਕ੍ਰਿਤ ਪ੍ਰਤੀ ਰੁਚੀ ਦਾ ਪਤਾ ਲੱਗਿਆ। ਚੌਥੇ ਸਾਲ ਦੇ ਵਿਦਿਆਰਥੀਆਂ ਨੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਬੇਨਤੀ ਕੀਤੀ ਕਿ ਦੋਵਾਂ ਕਲਾਸਾਂ ਵਿੱਚੋਂ ਹਰੇਕ ਦੇ ਵਿਦਿਆਰਥੀਆਂ ਦਾ ਵੱਖਰੇ ਤੇ ਟੈਸਟ ਕੀਤਾ ਜਾਏ। ਪ੍ਰੋਫੈਸਰ ਸਹਿਮਤ ਨਹੀਂ ਸੀ, ਕਿਉਂਕਿ ਦੋਵੇਂ ਜਮਾਤਾਂ ਨੂੰ ਇੱਕੋ ਜਿਹੇ ਵਿਸ਼ੇ ਸਿਖਾਏ ਗਏ ਸਨ। ਇਸ ਤੋਂ ਇਲਾਵਾ ਜੇ ਕੋਈ ਇਤਰਾਜ਼ ਹੋ ਸਕਦਾ ਹੈ ਤਾਂ ਉਹ ਤੀਜੇ ਸਾਲ ਦੀ ਕਲਾਸ ਤੋਂ ਹੋਣਾ ਸੀ, ਨਾ ਕਿ ਚੌਥੇ ਸਾਲ ਦੀ ਕਲਾਸ ਤੋਂ। ਤਾਂ ਚੌਥੇ ਸਾਲ ਦੇ ਵਿਦਿਆਰਥੀਆਂ ਨੇ ਫਿਰ ਪ੍ਰੋਫੈਸਰ ਨੂੰ ਕਿਹਾ ਕਿ ਉਹ ਸਿਰਫ ਸਾਹਿਬ ਸਿੰਘ ਤੋਂ ਡਰਦੇ ਹਨ ਅਤੇ ਉਹ ਹੋਰ ਅੰਕ ਪ੍ਰਾਪਤ ਕਰੇਗਾ, ਇਸ ਤਰ੍ਹਾਂ ਉਹਨਾਂ ਲਈ ਬੇਇੱਜ਼ਤੀ ਦਾ ਕਾਰਨ ਬਣੇਗਾ। ਪ੍ਰੋਫੈਸਰ ਸਹਿਮਤ ਨਹੀਂ ਹੋਏ। ਇੱਕ ਪ੍ਰਸ਼ਨ ਪੱਤਰ ਦਾ ਜਵਾਬ ਦੇਣ ਲਈ ਦੋਵਾਂ ਜਮਾਤਾਂ ਦੇ ਵਿਦਿਆਰਥੀਆਂ ਦੀ ਇਕੱਠਿਆਂ ਜਾਂਚ ਕੀਤੀ ਗਈ। ਸਾਹਿਬ ਸਿੰਘ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ। ਪ੍ਰੋਫੈਸਰ ਬਹੁਤ ਪ੍ਰਭਾਵਿਤ ਹੋਇਆ। ਉਸਨੇ ਸਾਹਿਬ ਸਿੰਘ ਨੂੰ ਕਿਹਾ ਕਿ BA ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਇਸ ਕਾਲਜ ਵਿੱਚ 1 ਸਾਲ ਹੋਰ ਲਗਾ ਕੇ ਸੰਸਕ੍ਰਿਤ ਵਿੱਚ MA ਕਰ ਲਏ, ਫਿਰ ਉਸ ਨਾਲ ਉਸੇ ਕਾਲਜ ਵਿੱਚ ਲੈਕਚਰਾਰ ਵਜੋਂ ਨਿਯੁਕਤੀ ਦਾ ਪ੍ਰਬੰਧ ਕਰੇਗਾ। ਸਾਹਿਬ ਸਿੰਘ ਨੇ ਪ੍ਰੋਫੈਸਰ ਜੀ ਨੂੰ ਆਪਣੇ ਪਰਿਵਾਰਕ ਹਾਲਾਤ ਵਿਸਤਾਰ ਨਾਲ ਸਮਝਾਏ। ਪ੍ਰੋਫੈਸਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਕਾਲਜ ਤੋਂ MA ਕਰ ਲੈਣ ਅਤੇ ਉਹ ਹਰ ਮਹੀਨੇ ਜਿਹੜੇ ਕੁਝ ਦੇ ਕਰਕੇ ਆਪ ਜੀ ਦੀ ਸਹਾਇਤਾ ਕਰੇਗਾ। ਮਾਫ ਕਰਾਂ। ਸਾਹਿਬ ਸਿੰਘ ਹੁਣ ਲੱਗ ਰਿਹਾ ਸੀ ਕਿ ਉਸ ਦਾ ਭਵਿੱਖ ਜਿਹੜਾ ਹੈ ਉਹ ਉਜਲ ਹੋਏਗਾ। ਉਹ ਸਦੀਆਂ ਪੁਰਾਣੇ ਅੰਧ ਵਿਸ਼ਵਾਸਾਂ ਨੂੰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿਵੇਂ ਜਿਹੜਾ ਉਹਨਾਂ ਦਾ ਮੁਕਾਬਲਾ ਕੀਤਾ। 1900 ਅਪ੍ਰੈਲ 1916 ਦੀ ਗੱਲ ਹੈ, ਜਦੋਂ ਆਪ ਨੇ ਆਪਣੇ ਛੋਟੇ ਭਰਾ ਦੀਵਾਨ ਸਿੰਘ ਦੀ ਚਿੱਠੀ ਮਿਲੀ ਕਿ ਜਾਪਦਾ ਸੀ ਕਿ ਰਾਇਆ ਪਿੰਡ ਵਿੱਚ ਸਾਂਝੇ ਮਿੱਤਰ ਹਰੀ ਸਿੰਘ ਦਾ ਇੱਕ ਬਲਦ ਮਰ ਗਿਆ ਸੀ। ਇਸ ਤੋਂ ਵੀ ਮਾੜੀ ਗੱਲ ਇਹ ਸੀ ਕਿ ਬਲਦ ਦੀ ਮੌਤ ਗਰਦਨ ਦੁਆਲੇ ਰੱਸੀ ਪਾ ਕੇ ਹੋਈ ਸੀ। ਬ੍ਰਾਹਮਣ ਇਸ ਨੂੰ ਬੁਰਾ ਸ਼ਗਨ ਮੰਨਦੇ ਸੀ। ਮਾਲਕ ਨੂੰ ਹਰਿਦੁਆਰ ਜਾਣਾ ਪੈਂਦਾ ਹੈ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਲਈ ਅਤੇ ਬ੍ਰਾਹਮਣਾਂ ਨੂੰ ਦਾਨ ਦੇਣਾ ਪੈਂਦਾ ਹੈ। ਦੁਸ਼ਟ ਸ਼ਗਨ ਨੂੰ ਦੂਰ ਕਰਨ ਲਈ ਦੇਵਤਿਆਂ ਨੂੰ ਖੁਸ਼ ਕਰਨਾ ਪੈਂਦਾ ਹੈ। ਪੰਡਤ ਦੇਵਕੀ ਨੰਦਨ ਜੋ ਉੱਥੇ ਪੁਜਾਰੀ ਸੀ ਅਤੇ ਪਿੰਡ ਤਰਪਾਲ ਵਿੱਚ ਵੀ ਬਹੁਤ ਪ੍ਰਭਾਵ ਰੱਖਦਾ ਸੀ, ਨੇ ਆਪਣੀ ਸ਼ਕਤੀਸ਼ਾਲੀ ਆਵਾਜ਼ ਉਠਾਈ ਕਿ ਹਰੀ ਸਿੰਘ ਨੂੰ ਦੇਵਤਿਆਂ ਦੀ ਪੂਜਾ ਲਈ ਹਰਿਦੁਆਰ ਜਾਣਾ ਚਾਹੀਦਾ ਹੈ। ਅਜਿਹਾ ਨਾ ਕਰਨ ਤੇ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਏਗਾ। ਇਸ ਨੇ ਹਰੀ ਸਿੰਘ ਨੂੰ ਬਹੁਤ ਚਿੰਤਾ ਵਿੱਚ ਪਾ ਦਿੱਤੀ। ਉਹ ਸਾਹਿਬ ਸਿੰਘ ਦੇ ਛੋਟੇ ਭਰਾ ਦੀਵਾਨ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਲਈ ਤਰਪਾਲ ਪਿੰਡ ਆਇਆ ਸੀ। ਦੀਵਾਨ ਸਿੰਘ ਜੋ ਕਿ ਬਹੁਤ ਹੀ ਉਤਸ਼ਾਹੀ ਵਰਕਰ ਸੀ, ਨੇ ਹਰੀ ਸਿੰਘ ਨੂੰ ਇਸ ਗੈਰ ਵਾਜਬ ਮੰਗ ਦਾ ਵਿਰੋਧ ਕਰਨ ਲਈ ਲੋੜੀਂਦੀ ਹਿੰਮਤ ਦਿੱਤੀ। ਉਸ ਨੂੰ ਇਹ ਸੁਝਾਅ ਦਿੱਤਾ ਕਿ ਉਹ ਆਪਣੇ ਜੱਟ ਭਰਾਵਾਂ ਕੋਲੋਂ ਜਾ ਕੇ ਭਾਈਚਾਰੇ ਦੇ ਖੂਹ ਤੋਂ ਉਸ ਦੇ ਹੱਥੋਂ ਤੋਂ ਪਾਣੀ ਲੈ ਲਵੇ। ਸਭ ਤੋਂ ਪਹਿਲਾਂ ਉਸ ਨੂੰ ਦੀਵਾਨ ਸਿੰਘ ਤੋਂ ਪਾਣੀ ਪ੍ਰਾਪਤ ਕਰੇਗਾ। ਹਰੀ ਸਿੰਘ ਨੇ ਉਸ ਅਨੁਸਾਰ ਕੀਤਾ। ਪੰਡਤ ਹਰੀ ਸਿੰਘ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ, ਪਰ ਦੀਵਾਨ ਸਿੰਘ ਦੇ ਵਿਰੁੱਧ
ਤਰਪਾਲ ਪਿੰਡ ਵਿੱਚ ਹਫੜਾ ਦਫੜੀ ਦੀ ਸਥਿਤੀ ਪੈਦਾ ਹੋ ਗਈ। ਪਾਣੀ ਦੇ ਵਿਭਾਗ ਨੇ ਦੀਵਾਨ ਸਿੰਘ ਦੇ ਘਰ ਲਈ ਪਾਣੀ ਦੀ ਸਪਲਾਈ ਰੋਕ ਦਿੱਤੀ। ਤੋ ਇਸ ਤਰ੍ਹਾਂ ਜੋ ਪਿੰਡਾਂ ਦੇ ਅੰਦਰ ਵੀ ਕਈ ਤਰੀਕੇ ਦੀਆਂ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਸਨ ਉਹ ਆ ਰਹੀਆਂ ਸਨ। ਤੇ ਇਸ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਜੀ ਜੋ ਉਸ ਵੇਲੇ ਹਾਲੇ ਵਿਦਿਆਰਥੀ ਸਨ, ਉਹ ਆਪਣੇ ਪਰਿਵਾਰ ਦੇ ਨਾਲ ਵੀ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਹਨ ਸਮਝਾਉਂਦੇ ਰਹੇ। ਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜੋ 11 ਨਵੰਬਰ ਨੂੰ 1675 ਨੂੰ ਆਪ ਜੀ ਦੀ ਸ਼ਹੀਦੀ ਹੋਈ ਸੀ, ਉਸ ਦੀ ਬਰਸੀ ਦੇ ਜੋ ਦਸੰਬਰ 1920 ਵਿੱਚ ਮਨਾਇਆ ਜਾਣਾ ਸੀ, ਖਾਲਸਾ ਹਾਈ ਸਕੂਲ ਗੁਜਰਾਂਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਪ੍ਰਬੰਧ ਕੀਤਾ ਗਿਆ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਪਾਠਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਪਵਿੱਤਰ ਗ੍ਰੰਥ ਦਾ ਪਾਠ ਕਰਨਾ ਸੀ। ਸ਼ਾਮ ਨੂੰ ਹੀ ਆਪ ਜੀ ਨੂੰ ਪਵਿੱਤਰ ਗ੍ਰੰਥ ਪੜ੍ਹਨਾ ਸ਼ੁਰੂ ਕਰ ਦਿੱਤਾ। ਪੜ੍ਹਦੇ ਸਮੇਂ ਆਪ ਜੀ ਨੇ ਇੱਕ ਸ਼ਬਦ ਨੋਟ ਕੀਤਾ ਜੋ ਇਸ ਸ਼ਬਦ ਵਿੱਚ 3 ਵਾਰੀ ਸੀ ਆਇਆ, ਹਰ ਵਾਰ ਇੱਕ ਵੱਖਰੇ ਸ਼ਬਦ ਦੇ ਜੋੜ ਦੇ ਨਾਲ। ਇਹ ਦੇਖ ਕੇ ਆਪ ਬਹੁਤ ਹੈਰਾਨ ਰਹਿ ਗਏ ਕਿ ਉਹ ਘਰ ਵਾਪਸ ਚਲਾ ਗਿਆ ਤੇ ਆਪਣਾ ਜਿਹੜਾ ਹੈ ਖਾਣਾ ਲੈਣਾ ਭੁੱਲ ਗਿਆ। ਇਸ ਰਹੱਸ ਵਿੱਚ ਡੂੰਘਾਈ ਨਾਲ ਸ਼ਾਮਲ ਹੋਣ ਕਰਕੇ ਆਖਰਕਾਰ ਸੌਣ ਤੋਂ ਪਹਿਲਾਂ ਉਸਨੇ ਵਿਆਕਰਨ ਦਾ ਇੱਕ ਸਿਧਾਂਤ ਲੱਭ ਲਿਆ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਕਰਨ ਦੇ ਸਿਧਾਂਤਾਂ ਦੀ ਖੋਜ ਦੀ ਨੀਂਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਸ਼ੁਭ ਦਿਹਾੜੇ ਤੇ ਰੱਖੀ ਗਈ, ਜੋ ਦਸੰਬਰ 1920 ਵਿੱਚ ਮਨਾਇਆ ਗਿਆ ਸੀ। ਸਾਹਿਬ ਸਿੰਘ ਕਹਿੰਦੇ ਹਨ ਕਿ ਮੈਨੂੰ ਉਹਨਾਂ ਨੂੰ ਯਾਦ ਕਰਨ ਲਈ ਸ਼ਬਦ ਲਿਖਣ ਲਈ ਵਰਤਿਆ ਜਾਂਦਾ ਸੀ। ਇਸ ਤਰ੍ਹਾਂ ਕਰਨ ਵਿੱਚ ਮੈਂ ਸ਼ਬਦਾਂ ਦੇ ਜੋੜਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਸੀ। ਅੱਜ ਮੈਂ ਡੂੰਘੀ ਨੀਂਦ ਤੋਂ ਜਾਗਿਆ। ਉਸ ਤੋਂ ਬਾਅਦ ਮੈਂ ਉਹਨਾਂ ਦੇ ਸ਼ਬਦ ਜੋੜਾਂ ਦੇ ਸੰਬੰਧ ਵਿੱਚ ਬਹੁਤ ਧਿਆਨ ਨਾਲ ਸ਼ਬਦ ਦੀ ਨਕਲ ਕਰਨ ਲਈ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 1920 ਵਿੱਚ ਕੀਤੀ ਗਈ ਅਤੇ ਇਸ ਤੋਂ ਪਹਿਲਾ ਸਕੱਤਰ ਮਾਸਟਰ ਤਾਰਾ ਸਿੰਘ ਸੀ। ਸ਼੍ਰੋਮਣੀ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਖਾਲਸਾ ਸਕੂਲ ਲਾਇਲਪੁਰ ਦੇ ਮੁੱਖ ਅਧਿਆਪਕ ਸਨ। ਸਾਹਿਬ ਸਿੰਘ ਜੀ ਦੀ ਮੁਲਾਕਾਤ ਤਾਰਾ ਸਿੰਘ ਨਾਲ ਉਦੋਂ ਹੋਈ ਸੀ ਜਦੋਂ ਉਹ ਲਾਇਲਪੁਰ ਦੇ ਮੁੱਖ ਅਧਿਆਪਕ ਸਨ। ਪੰਜਾਬ ਯੂਨੀਵਰਸਿਟੀ ਨੂੰ ਆਪਣੀਆਂ ਸਰਕਾਰ ਵਿਰੋਧੀ ਗਤੀਵਿਧੀਆਂ ਕਾਰਨ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਤੋਂ ਆਪਣੀ ਮਾਨਤਾ ਜਿਹੜੀ ਹੈ ਵਾਪਸ ਲਈ। ਇਸ ਲਈ ਕਾਲਜ ਦੇ ਅਧਿਆਪਕਾਂ ਨੇ ਕਿਤੇ ਹੋਰ ਰੁਜ਼ਗਾਰ ਲੱਭਣਾ ਸੀ। ਸਾਹਿਬ ਸਿੰਘ ਜੀ ਨੇ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਲਈ ਚਿੱਠੀ ਲਿਖੀ। ਇਸ ਦਾ ਪ੍ਰਬੰਧ ਕੀਤਾ ਗਿਆ ਅਤੇ ਆਪ 20 ਜੁਲਾਈ 1921 ਤੋਂ ਸਹਾਇਕ ਸਕੱਤਰ ਵਜੋਂ ਤਾਇਨਾਤ ਹੋ ਗਏ। ਉੱਥੇ ਸਤੰਬਰ 1927 ਤੱਕ ਆਪ ਜੀ ਨੇ ਸੇਵਾ ਕੀਤੀ। ਜਦੋਂ ਆਪ ਜੀ ਨੂੰ ਗੁਰੂ ਨਾਨਕ ਖਾਲਸਾ ਗੁਜਰਾਂਵਾਲਾ ਕਾਲਜ ਵਿੱਚ ਵਾਪਸ ਬੁਲਾਇਆ ਗਿਆ, ਜਦੋਂ ਇਹ ਪੰਜਾਬ ਯੂਨੀਵਰਸਿਟੀ ਨਾਲ ਦੁਬਾਰਾ ਜਿਹੜਾ ਹੈ ਸੰਬੰਧਿਤ ਹੋਇਆ। ਇਸ ਸਾਲ ਸ਼੍ਰੋਮਣੀ ਕਮੇਟੀ ਦੇ ਮੁੱਢਲੇ ਸਾਲ ਸਨ ਅਤੇ ਸਾਹਿਬ ਸਿੰਘ ਜੀ ਨੇ ਸਹਾਇਕ ਸਕੱਤਰ ਦੇ ਤੌਰ ਤੇ ਵਾਪਰੀਆਂ ਅਹਿਮ ਘਟਨਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਅੰਦੋਲਨ ਵਿੱਚ ਹਿੱਸਾ ਲੈਂਦੇ ਹੋਏ ਆਪ ਜੀ ਨੇ ਕਈ ਵਾਰੀ ਗ੍ਰਿਫਤਾਰੀ ਦਿੱਤੀ। ਉਹ ਸ਼੍ਰੋਮਣੀ ਕਮੇਟੀ ਵਿੱਚ 250 ਰੁਪਏ ਦੀ ਪ੍ਰਤੀ ਮਹੀਨਾ ਤਨਖਾਹ ਲੈ ਰਹੇ ਸਨ, ਜਦੋਂ ਕਿ ਉਹ ਕਾਲਜ ਵਿੱਚ 150 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਅਧਿਆਪਕ ਬਣਨ ਨੂੰ ਤਰਜੀਹ ਦਿੰਦਾ ਸੀ। ਉਸ ਦਾ ਵੱਧ ਰਿਹਾ ਪਰਿਵਾਰ ਸੀ, ਜਿਸ ਦੀ ਪਤਨੀ 4 ਪੁੱਤਰ ਅਤੇ 1 ਧੀ ਸੀ। ਉਸ ਨੂੰ ਪੈਸਿਆਂ ਦੀ ਹਾਨੀ ਦੀ ਚੁਟਕੀ ਜ਼ਰੂਰ ਮਹਿਸੂਸ ਹੋਈ, ਜਿਸ ਨੇ ਅਸਲ ਵਿੱਚ ਉਸ ਦੇ ਖਾਤੇ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਸਾਹਿਬ ਸਿੰਘ ਅਤੇ ਗੁਜਰਾਂਵਾਲਾ ਸ਼ਹਿਰ ਦੇ 8 ਹੋਰ ਵਿਦਵਾਨਾਂ ਨੇ ਗੁਰਬਾਣੀ ਦੇ ਅਧਿਐਨ ਲਈ ਇੱਕ ਸੰਸਥਾ ਬਣਾਈ। ਇਸ ਮਕਸਦ ਲਈ ਉਹ ਹਰ ਰੋਜ਼ ਦੁਪਹਿਰ ਨੂੰ 1.5 ਘੰਟਾ ਕਿਸੇ ਥਾਂ ਤੇ ਮਿਲਦੇ। ਮੈਂ ਬੇਨਤੀ ਕਰ ਰਿਹਾ ਵੀਰੋ ਔਰ ਭੈਣੋ ਕਿ ਕਿਸ ਤਰ੍ਹਾਂ ਜਿਹੜੀ ਸਟੱਡੀ ਸ਼ੁਰੂ ਕੀਤੀ ਜਾਂਦੀ ਹੈ, ਡੀਪ ਸਟੱਡੀ ਸ਼ੁਰੂ ਕੀਤੀ ਜਾਂਦੀ ਹੈ। ਜਿਵੇਂ ਕਿ ਫਰੀਦਕੋਟ ਵਾਲੇ ਟੀਕੇ ਦੀ ਵੀ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਤੇ ਵੀ ਕੁਝ ਕੁ ਵਿਦਵਾਨ ਸੱਜਣਾਂ ਨੇ ਇਕੱਠੇ ਮਿਲ ਕੇ ਵਿਚਾਰ ਕਰਨੀ ਆਰੰਭ ਕੀਤੀ ਤੇ ਉਹ ਫਰੀਦਕੋਟ ਵਾਲਾ ਟੀਕਾ ਜਿਹੜਾ ਹੈ ਉਹ ਹੋਂਦ ਵਿੱਚ ਆਇਆ। ਤਾਂ ਇਸ ਤਰ੍ਹਾਂ ਹੀ ਸਾਹਿਬ ਸਿੰਘ ਜੀ ਨੇ ਵੀ ਆਪਣੇ ਹੋਰ ਵਿਦਵਾਨਾਂ ਦੇ ਨਾਲ ਬੈਠ ਕਰਕੇ ਜਿਹੜੀ ਹੈ ਗੁਰਬਾਣੀ ਦੀ ਸਟੱਡੀ ਕਰਨ ਦਾ ਜਿਹੜਾ ਹੈ ਉਹ ਪ੍ਰੋਗਰਾਮ ਬਣਾਇਆ, ਜਿਸ ਕਰਕੇ ਕਿ ਜੋ ਗੁਰੂ ਗ੍ਰੰਥ ਸਾਹਿਬ ਦਰਪਣ ਹੈ ਉਹ ਹੋਂਦ ਵਿੱਚ ਆਇਆ। ਇਸ ਮਕਸਦ ਲਈ ਡਾਕਟਰ ਸਾਹਿਬ ਸਿੰਘ ਜੀ ਤੇ ਹੋਰ ਵਿਦਵਾਨ ਰੋਜ਼ ਦੁਪਹਿਰ ਨੂੰ 1.5 ਘੰਟਾ ਕਿਸੇ ਥਾਂ ਤੇ ਮਿਲਦੇ ਸਨ। ਗੁਰਬਾਣੀ ਦੇ ਪਾਠ ਦਾ ਅਨੁਵਾਦ, ਵਿਆਕਰਨ ਤੇ ਨਿਯਮਾਂ ਦੀ ਪੂਰੀ ਤਰ੍ਹਾਂ ਪਰਵਾਹ ਕਰਦਿਆਂ ਹੋਇਆਂ ਕੀਤਾ ਜਾਂਦਾ।
1927-28 ਦੇ ਸਾਲਾਂ ਦੇ ਸਮੇਂ ਵਿੱਚ ਸਾਰੀ ਪਵਿੱਤਰ ਪੁਸਤਕ ਦਾ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਜ਼ੁਬਾਨੀ ਕੀਤਾ ਗਿਆ ਅਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਮੁੜ ਤੋਂ ਗੁਰਬਾਣੀ ਦਾ ਅਨੁਵਾਦ ਕਰਨਾ ਜਿਹੜਾ ਹੈ ਉਹ ਆਰੰਭ ਕਰ ਦਿੱਤਾ ਲਿਖਤੀ ਰੂਪ ਦੇ ਅੰਦਰ। ਪ੍ਰੋਫੈਸਰ ਜੋਤ ਸਿੰਘ ਜੀ ਖਾਲਸਾ ਕਾਲਜ ਅੰਮ੍ਰਿਤਸਰ ਦੀਆਂ ਸਿਫਾਰਿਸ਼ਾਂ ਤੇ ਅੰਮ੍ਰਿਤਸਰ ਕਾਲਜ ਦੇ ਅਧਿਕਾਰੀਆਂ ਨੇ ਮਈ 1929 ਵਿੱਚ ਆਪਣੇ ਕਾਲਜ ਵਿੱਚ ਪੰਜਾਬੀ ਡਿਵਿਨਿਟੀ ਪੜ੍ਹਾਉਣ ਲਈ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ। ਸਿੱਟੇ ਵਜੋਂ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਨੇ ਉਸ ਨੂੰ ਆਉਣ ਵਾਲੀਆਂ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਹੀ ਰਾਹਤ ਦੇ ਦਿੱਤੀ ਤਾਂ ਜੋ ਛੁੱਟੀਆਂ ਦੀ ਮਿਆਦ ਲਈ ਉਸ ਦੀ ਤਨਖਾਹ ਦੀ ਅਦਾਇਗੀ ਬਚ ਸਕੇ। ਕੁਝ ਦਿਨਾਂ ਬਾਅਦ ਗੁਜਰਾਂਵਾਲਾ ਕਾਲਜ ਦੇ ਪ੍ਰਿੰਸੀਪਲ ਨੂੰ ਅੰਮ੍ਰਿਤਸਰ ਕਾਲਜ ਦੇ ਪ੍ਰਿੰਸੀਪਲ ਦਾ ਇੱਕ ਪੱਤਰ ਮਿਲਿਆ ਜਿਸ ਵਿੱਚ ਲਿਖਿਆ ਸੀ ਕਿ ਸਾਹਿਬ ਸਿੰਘ ਨੂੰ ਅੰਮ੍ਰਿਤਸਰ ਕਾਲਜ ਵਿੱਚ ਅਧਿਆਪਕ ਵਜੋਂ ਨਹੀਂ ਲਿਆ ਜਾਵੇਗਾ। ਇਸ ਤਰ੍ਹਾਂ ਸਾਹਿਬ ਸਿੰਘ ਨੂੰ ਆਪਣੇ ਪਰਿਵਾਰ ਦੇ ਗੁਜ਼ਾਰੇ ਦੀ ਭਾਰੀ ਜ਼ਿੰਮੇਵਾਰੀ ਵਾਲੇ ਬੇਰੁਜ਼ਗਾਰ ਵਿਅਕਤੀ ਵਜੋਂ ਪੇਸ਼ ਕੀਤਾ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਸ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਅਤੇ ਸਰਕਾਰ ਵਿਰੋਧੀ ਗਤੀਆਂ ਕਾਰਨ ਹੀ ਪੰਜਾਬ ਸਰਕਾਰ ਨੇ ਕਾਲਜ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਹ ਉਸ ਨੂੰ ਨਾ ਲੈਣ। ਕਾਲਜ ਨੂੰ ਸਰਕਾਰੀ ਸਬਸਿਡੀ ਦੀ ਕਾਫੀ ਰਕਮ ਮਿਲ ਰਹੀ ਸੀ। ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕਾਂ ਨੇ ਦਖਲ ਦਿੱਤਾ ਅਤੇ ਮਾਮਲੇ ਨੂੰ ਸੁਲਝਾ ਲਿਆ ਗਿਆ ਅਤੇ ਸਾਹਿਬ ਸਿੰਘ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਹੁਮਤਾ ਅਤੇ ਪੰਜਾਬੀ ਦਾ ਬ੍ਰਹਮਤਾ ਅਤੇ ਪੰਜਾਬੀ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਆਪ ਜੀ ਨੇ 4 ਨਵੰਬਰ 1929 ਨੂੰ ਡਿਊਟੀ ਲਈ ਰਿਪੋਰਟ ਕੀਤੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿਆਕਰਣ ਬਾਰੇ ਆਪਣੀ ਪੁਸਤਕ ਲਿਖੀ ਜੋ 1932 ਵਿੱਚ ਪੂਰੀ ਹੋਈ। ਇਸ ਸਮੇਂ ਤੱਕ ਉਹਨਾਂ ਨੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਬਾਰੇ ਵੀ ਕਈ ਪੁਸਤਕਾਂ ਲਿਖੀਆਂ ਸਨ ਜਿਨ੍ਹਾਂ ਦਾ ਵਿਆਕਰਣ ਦੇ ਨਿਯਮਾਂ ਅਨੁਸਾਰ ਅਨੁਵਾਦ ਕੀਤਾ ਗਿਆ ਸੀ ਅਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਅੱਜ ਮੈਂ ਇੱਥੇ ਤੱਕ ਨਹੀਂ ਵਿਸਰਾਮ ਦੇਣਾ ਹਾਂ ਆਪਣੇ ਵਿਚਾਰਾਂ ਨੂੰ। ਇਸ ਤੋਂ ਬਾਅਦ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਵੇਂ ਆਪਣੀਆਂ ਬਾਕੀ ਮੱਲਾਂ ਮਾਰੀਆਂ ਹਨ, ਪੂਰਨ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਜਿਹੜਾ ਹੈ ਉਹ ਕੀਤਾ ਹੈ। ਉਸ ਬਾਰੇ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਸਾਰੀ ਵਿਉਂਤਬੰਦੀ ਕੀਤੀ ਔਰ ਕਿਵੇਂ ਤਿਆਰੀ ਕੀਤੀ, ਮੈਂ ਉਸ ਨੂੰ ਆਪਣੇ ਅਗਲੇ ਜਿਹੜਾ ਹੈ ਲੇਖ ਦੇ ਅੰਦਰ ਉਸ ਨੂੰ ਸ਼ਾਮਲ ਕਰਾਂਗਾ। ਤੋ ਅੱਜ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਜਿਸ ਦੀ ਮੈਂ ਆਪ ਪਾਸੋਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਗੁਰੂ ਜੀ ਕੁਲਵਿੰਦਰ ਸਿੰਘ ਜੀ ਆਪ ਜੀ ਦਾ। ਆਪ ਜੀ ਨੇ ਬਹੁਤ ਹੀ ਪਿਆਰ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਜੋ ਕਿ ਮਹਾਨ ਦੇਣ ਹੈ ਜਿਨ੍ਹਾਂ ਦੀ ਸਿੱਖ ਸਾਹਿਤ ਨੂੰ, ਸਿੱਖ ਕੌਮ ਨੂੰ, ਉਹਨਾਂ ਦੇ ਜੀਵਨ ਨੂੰ ਥੋੜੇ ਸ਼ਬਦਾਂ 'ਚ ਬੰਨ੍ਹਣਾ ਹੈ ਤਾਂ ਬਹੁਤ ਔਖਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਸ਼ਖਸੀਅਤਾਂ ਕਿਸੇ ਸਦੀ 'ਚ ਪੈਦਾ ਹੁੰਦੀਆਂ ਹਨ ਜਿਹੜੀਆਂ ਸਾਡੇ ਇਤਿਹਾਸ ਦੇ ਮੋੜ ਕੇ ਰੱਖ ਦਿੰਦੀਆਂ ਹਨ। ਗੁਰਬਾਣੀ ਵਿਆਕਰਣ ਦੇ ਨਾਲ ਜੇ ਅਸੀਂ ਦੇਖਦੇ ਹਾਂ ਸ਼ਬਦਾਂ ਦੇ ਕਈ ਅਰਥ ਕਈ ਗੁਰਬਾਣੀ ਵਿਆਕਰਣ ਤੋਂ ਪਹਿਲਾਂ ਜੋ ਕੀਤੇ ਜਾਂਦੇ ਸਨ, ਜਦੋਂ ਉਹਨਾਂ ਨੇ ਇੱਕ ਸ਼ਬਦ ਦੇ ਕਿੰਨੇ ਅਰਥ ਦੇਖੇ ਉੱਥੋਂ ਹੀ ਉਹਨਾਂ ਨੇ ਆਪਣਾ ਇਸ ਵਿਆਕਰਣ ਦਾ ਸਫ਼ਰ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਸੀ। ਇਸ ਢੰਗ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਜੀਵਨ ਦੇ ਵਿੱਚ ਔਕਣਾ ਹੀ ਅਸੀਂ ਦੇਖਦੇ ਹਾਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ। ਜਿੰਨੀਆਂ ਕੁ ਔਕੜਾਂ ਉਹਨਾਂ ਨੇ ਸਹੀਆਂ, ਬਹੁਤ ਹੀ ਜ਼ਿਆਦਾ ਇੰਨੀਆਂ ਮੁਸ਼ਕਿਲ ਹਾਲਤਾਂ ਵਿੱਚੋਂ ਵੀ ਲੰਘਦੇ ਹੋਏ ਇਸ ਸਫ਼ਰ ਤੈਅ ਕਰਕੇ ਔਰ ਸਫਲਤਾ ਦਾ ਸਿਖਰ ਜਿਹੜਾ ਉਹਨਾਂ ਨੇ ਚੁੰਮਿਆ।